ਰਾਜੇ ਵੜਿੰਗ ਨੇ ਬਿੱਟੂ ਤੇ ਕੀਤੀ ਅਨੁਸ਼ਾਸਨ ਦੇ ਬਹੁਤ ਪੱਕੇ ਨੇ, ਕਹਿੰਦੇ ਉਹ ਬਿੱਟੂ ਨੂੰ ਵੀ ਪਾਰਟੀ 'ਚ ਬਾਹਰ ਕੱਢ ਸਕਦੇ ਆ। ਕਿਤੇ ਕਹਿੰਦੇ ਨਹੀਂ ਡਰਦੇ ਨਹੀਂ ਬੋਲ ਰਹੇ ਨਹੀਂ, ਜਿਹੜਾ ਪਾਰਟੀ ਦਾ ਫਿਰ ਪ੍ਰਧਾਨ ਅਸੀਂ ਹੈਡਲਾਈਨ ਬਣਾ ਦਿੰਦੀ ਆ ਰਾਜਾ ਵੜਿੰਗ ਤੋਂ ਡਰਦੇ ਨਹੀਂ ਬੋਲ ਰਹੇ ਰਵਨੀਤ ਬਿੱਟੂ। ਇਹ ਬਣ ਸਕਦੀ ਹੈ। ਇਹ ਬਣ ਸਕਦੀ ਹੈ। ਇਹਦੇ ਬਾਰੇ ਲਿਖ ਕੇ ਭੇਜ ਸਕਦੇ ਆ, ਉਹ ਆਪ ਫੈਸਲਾ ਨਹੀਂ ਲੈ ਸਕਦੇ। ਜੇ ਤੁਸੀਂ ਗੱਲ ਕਹਿ ਰਹੇ ਹੋ ਕਿ ਕਾਂਗਰਸ ਟ੍ਰੇਨਿੰਗ ਦੇ ਪ੍ਰੋਸੈਸ 'ਚ ਆ, ਜੇ ਕਾਂਗਰਸ ਦਾ ਪ੍ਰਧਾਨ ਟ੍ਰੇਨਿੰਗ ਲੈ ਰਿਹਾ ਹੈਗਾ, ਇਹ ਤਾਂ ਕਾਂਗਰਸ ਲਈ ਬਹੁਤ ਮਾੜੀ ਹਾਲਤ ਆ ਕਾਂਗਰਸ। ਨਹੀਂ, ਕੀ ਪਤਾ ਅਸੀਂ ਕਿਹੜਾ ਦਾਅ ਸਿੱਖ ਰਹੇ ਹਾਂ ਵੀ ਕਿਵੇਂ ਸਿੱਟਣੇ ਆ ਜੇ ਤੁਸੀਂ ਹੁਣ ਜਦੋਂ ਏਡੇ ਕ੍ਰਾਈਸਿਸ 'ਚ ਆ, ਤੁਹਾਡਾ ਪ੍ਰਧਾਨ ਟ੍ਰੇਨਿੰਗ 'ਚ ਆ, ਤੁਸੀਂ ਕਹਿ ਰਹੇ ਹੋ ਬਈ ਹੁਣ ਅਸੀਂ ਵਿਹਲੇ ਹੋ ਗਏ, ਅਸੀਂ ਇਸ ਵੇਲੇ ਨਹੀਂ, ਇਸ ਟਾਈਮ ਤੇ ਉਹ ਪ੍ਰਧਾਨ ਚਾਹੀਦਾ ਸੀ ਜਿਹਨੂੰ ਤਜਰਬਾ ਹੋਵੇ, ਜਿਹੜਾ ਗੇਮ ਘੁਮਾ ਦੇ, ਜਿਹੜਾ ਰਾਜਨੀਤੀ ਨੂੰ 2 ਜੋੜ 2 5 ਕਰ ਦੇ। ਰਾਜਾ ਵੜਿੰਗ ਵਰਸਸ ਪ੍ਰਤਾਪ ਬਾਜਵਾ ਪੂਰੀ ਹੋ ਚੁੱਕਿਆ ਹੈ। ਖਿੱਚੋਤਾਣ। ਰੱਬ ਨਾ ਕਰੇ ਨਾ ਹੋਵੇ। ਕਿ ਬਾਜਵਾ ਸਾਹਿਬ ਫਿਰ ਸੀਨੀਅਰ ਤਾਂ ਹੈਗੇ ਨੇ ਨਾ, ਉਹ ਮਾਣ ਸਤਿਕਾਰ ਭਾਲਦੇ ਆ, ਜਿਹੜਾ ਕਹਿੰਦੇ ਉਹ ਨਹੀਂ, ਜਿਹੜਾ ਤੁਸੀਂ ਕਹਿੰਦੇ ਥੋੜੀ ਟ੍ਰੇਨਿੰਗ 'ਚ ਬੰਦੇ ਨੇ ਉਹਨਾਂ ਵੱਲੋਂ ਨਹੀਂ ਮਿਲ ਰਿਹਾ ਹੈਗਾ। ਉਹਨਾਂ ਨੂੰ ਪਤਾ ਨਹੀਂ ਕਿਹੜੇ ਕੁਝ ਟ੍ਰੇਨ ਕਰ ਰਹੇ ਨੇ। ਇਹ ਟ੍ਰੇਨਿੰਗ ਜ਼ਰੂਰ ਮੈਂ ਟ੍ਰੇਨਿੰਗ ਇਹ ਦੇ ਦਿੰਦਾ। ਤੁਸੀਂ ਕਿਉਂ ਨਹੀਂ ਸਮਝੌਤਾ ਕਰਾਉਂਦੇ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ? ਤੁਸੀਂ ਕਿਉਂ ਨਹੀਂ ਕਹਿੰਦੇ ਵੀ ਚਲੋ ਜਾ ਕੇ ਰਾਜੇ ਚਲੋ ਪੈਰੀ ਹੱਥ ਲਾਈਏ ਪ੍ਰਤਾਪ ਬਾਜਵਾ ਜੀ ਦੇ? ਪੋਲੀਟੀਕਲ ਪੈਰੀ ਹੱਥ ਨਹੀਂ, ਸਿੰਬੋਲਿਕ ਜਿਹੜੇ ਫੋਟੋਆਂ ਖਿਚਾਉਣ ਲਈ ਲਾਉਂਦੇ ਆ, ਬਾਕੀ ਦਿਲੋਂ। ਰਾਜਾ ਪ੍ਰਧਾਨ ਬਣਦੇ ਆ ਕਿ ਬਿੱਟੂ ਨੂੰ ਕਹਿ ਗਿਆ ਕਿ ਤੁਸੀਂ ਬਿਆਨ ਨਾ ਦਿਓ ਕੋਈ, ਬਸ ਇਹ ਸੱਚਾ। ਤੁਸੀਂ ਮਿਲੇ ਹੋ ਅੱਜ ਤੱਕ ਰਾਜਾ ਜਦੋਂ ਪ੍ਰਧਾਨ ਬਣਿਆ? ਇਹ ਵੀ ਡਰਾਮਾ ਹੈ ਵੀ ਫੋਟੋ ਦਿਖਾ ਕੇ ਇਕੱਠੇ ਆ, ਅੰਦਰੋਂ ਛੁਰੀਆਂ ਮਾਰੋ। ਤੁਸੀਂ ਪ੍ਰਧਾਨਗੀ ਦੀ ਲਿਸਟ ਸੀ ਇਸ ਵਾਰ? ਇਹ ਜ਼ਰੂਰ ਮੈਂ ਕਿਤੇ ਨਾ ਕਿਤੇ ਆਪਣੇ ਜਿਹਨੂੰ ਵੀ ਕਹਿਣਾ ਸੀ ਕਿਹਾ ਸੀ ਮੈਂ ਵੀ, ਕਿਉਂਕਿ ਇਹ ਮੌਕਾ ਹੈ ਵੀ ਜ਼ਰੂਰ ਸਾਨੂੰ ਇਸ ਵੇਲੇ ਮੌਕਾ ਦੇਣਾ ਚਾਹੀਦਾ। ਕਿਤੇ ਨਾ ਕਿਤੇ ਦਫਾੜ ਨਜ਼ਰ ਆ ਰਹੀ ਹੈ, ਯਾਨੀ ਇੱਕ ਇਸ਼ੂ ਤੇ ਜਦੋਂ ਕਿਸੇ ਜਾਂ ਪ੍ਰਧਾਨ ਦੀ ਕਾਲ ਆ ਜਾਂ ਲੀਡਰ ਆਫ ਆਪੋਜੀਸ਼ਨ ਦੀ, ਉਹ ਦਿਖਦੀ ਨਹੀਂ। ਇਹ ਗੱਲ ਸੱਚਾਈ ਆ ਕਿ ਦਫਾੜ ਆ ਜਿਹੜੇ ਤੁਹਾਨੂੰ ਪਤਾ ਹੀ ਹੈ ਵੀ ਜੋ ਸਾਡਾ ਹਾਲ ਐਵੇਂ ਕਹੀਏ ਜਾਈਏ ਉਹ ਤਾਂ ਤੁਹਾਡੇ ਮੂਹਰੇ ਹੀ ਆ। ਜੋ ਸੰਗਰੂਰ ਇਲੈਕਸ਼ਨ 'ਚ ਹੋਇਆ, ਹੁਣ ਉਹਦਾ ਡਿਨਾਈ ਨਹੀਂ ਕਰ ਸਕਦੇ ਵੀ ਹਜੇ ਸਾਡੇ ਹਾਲਾਤ ਤਾਂ ਨਹੀਂ ਸੁਧਰੇ। ਕਿਤੇ ਇਹ ਤਾਂ ਨਹੀਂ ਹੋ ਤੁਸੀਂ ਕਹਿੰਦੇ ਟ੍ਰੇਨਿੰਗ 'ਚ ਨੇ, ਕਿਤੇ ਇਹ ਤਾਂ ਨਹੀਂ ਗਾ ਅਗਲੀ ਜਦੋਂ ਤੱਕ ਸਰਕਾਰ ਬਣਦੀ ਹੈ ਜਾਂ MP ਇਲੈਕਸ਼ਨ ਆਉਂਦੀਆਂ ਨੇ, ਘੱਟੋ ਘੱਟ 24 ਤੱਕ ਟ੍ਰੇਨਿੰਗ ਹੀ ਚੱਲਦੀ ਰਹੇ, ਤੁਸੀਂ ਫਿਰ ਸਾਫ਼ ਹੋ ਜਾਓ। ਦੇਖੋ, ਇਹ 'ਚ ਕੋਈ ਸ਼ੱਕ ਨਹੀਂ, ਨੁਕਸਾਨ ਤਾਂ ਸਾਡਾ ਬੜਾ ਹੋਇਆ। ਅੱਜ ਲੋਕ ਕਹਿੰਦੇ ਆ ਨਾ ਵੀ ਦਿੱਲੀ ਦਿੱਲੀ ਦਿੱਲੀ, ਇਹ ਭਾਈ ਸਾਹਿਬ ਤੁਸੀਂ ਪੰਜਾਬ ਵਾਲੇ ਹੋ ਜਿਹੜੇ ਵੋਟ ਪਾਈ ਆਮ ਆਦਮੀ ਨੂੰ, ਉਹ ਦਿੱਲੀ ਮਾਡਲ ਤੇ ਪਾਈ ਆ। ਉਦੋਂ ਤੁਸੀਂ ਕਹਿੰਦੇ ਸੀ ਕੇਜਰੀਵਾਲ ਦੇ ਦਿੱਲੀ ਦੇ ਸਕੂਲ, ਦਿੱਲੀ ਦੇ ਮੁਹੱਲਾ ਕਲੀਨਿਕ, ਉਹ ਤੋਂ ਹੀ ਵੋਟ ਪਾਈ, ਤੇ ਫਿਰ ਉਹੀ ਦਿੱਲੀ ਵਾਲੇ 100 ਹੁਣ ਉਹਨਾਂ ਨੂੰ, ਹੁਣ ਕਿਉਂ ਚੀਕ ਨਿਕਲ ਗਈ? ਪ੍ਰੋ ਪੰਜਾਬ TV ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਪੰਜਾਬ ਅਸਥਿਰ ਹੈ ਕਈ ਗੱਲਾਂ ਕਰਕੇ, ਰਾਜਨੀਤੀ 'ਚ ਬਹੁਤ ਕੁਝ ਹੋ ਰਿਹਾ ਹੈਗਾ, ਗੈਂਗਸਟਰਾਂ ਦਾ ਫਨੋਮਨਾ, ਪੰਥਕ ਮਸਲੇ ਆਉਂਦੇ ਨੇ। ਇਹਨਾਂ ਮਸਲਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ MP ਰਵਨੀਤ ਸਿੰਘ ਬਿੱਟੂ ਨੇ, ਜਿਹੜੇ ਕਾਂਗਰਸ ਦੇ ਵੱਡੇ ਲੀਡਰ ਵੀ ਨੇ। ਗੱਲਬਾਤ ਕਰਦੇ ਉਹਨਾਂ ਨਾਲ। ਸਵਾਗਤ ਹੈ ਬਿੱਟੂ ਜੀ, ਬਹੁਤ ਬਹੁਤ ਧੰਨਵਾਦ ਯਾਦਵਿੰਦਰ ਜੀ, ਤੁਸੀਂ ਟਾਈਮ ਦਿੱਤਾ ਜਿਹੜਾ। ਮੇਰਾ ਸਭ ਤੋਂ ਪਹਿਲਾ ਸਵਾਲ ਬਿੱਟੂ ਜੀ ਇਹ ਕਿ ਕਿਵੇਂ ਦੇਖ ਰਹੇ ਹੋਗੇ ਮੌਜੂਦਾ ਦੌਰ ਨੂੰ, ਜੋ ਕੁਝ ਹੋ ਰਿਹਾ ਪੰਜਾਬ ਦੇ ਅੰਦਰ? ਦੇਖੋ, ਇੱਕ ਤਾਂ ਪਹਿਲੀ ਗੱਲ ਤਾਂ ਜਿਹੜੀ ਸਰਕਾਰ ਆ ਉਹ ਅਣਜਾਣ ਆ। ਜਿਵੇਂ ਕਹਾਵਤ ਨਹੀਂ ਪੰਜਾਬੀਆਂ ਦੇ, ਇੱਕ ਕਮਲੀ ਇੱਕ ਸਿਵਿਆਂ ਦੇ ਰਾਹ ਪੈ ਗਈ, ਇਹਨਾਂ ਦਾ ਉਹ ਹਾਲਾਤ ਬਣੇ ਪਏ ਆ। ਇਸ ਵੇਲੇ ਸੋਸ਼ਲ ਮੀਡੀਆ ਤੇ ਦੇਖਦੇ ਆ ਵੀ ਕਿੱਧਰ ਨੂੰ ਰੌਲਾ ਪੈ ਰਿਹਾ, ਕਿਸੇ TV 'ਚ ਦੇਖ ਰਿਹਾ ਉੱਧਰ ਨੂੰ ਬਿਆਨ ਬਦਲ ਜਾਂਦੇ ਆ। ਕੋਈ ਮਤਲਬ ਇਸ ਵੇਲੇ ਭੀੜ ਤੰਤਰ ਵਾਲਾ ਕੰਮ ਹੋਇਆ ਪਿਆ। ਜਿਵੇਂ ਮੈਂ ਕਿਹਾ ਵੀ 3-3 ਦਿਨਾਂ 'ਚ ਜਿਹੜੇ ਉਹ ਬਿਆਨ ਬਦਲੇ ਜਾ ਰਹੇ ਆ। ਜਿਹੜਾ ਕੁਛ ਕਰਨਾ ਚਾਹੁੰਦੇ ਆ, ਜਿਵੇਂ ਰਾਘਵ ਚੱਡਾ, ਉਹਨਾਂ ਦਾ ਸਭ ਤੋਂ ਵੱਡਾ ਲੀਡਰ ਜਿਹਨੇ ਪੰਜਾਬ 'ਚ ਉਹਨਾਂ ਦੀ ਜਿੱਤ 'ਚ ਯੋਗਦਾਨ ਪਾਇਆ, ਉਹਨੂੰ ਉਹ ਲਾਉਣਾ ਚਾਹੁੰਦੇ ਸੀ। ਉਹ 'ਚ ਨਾ ਤਾਂ ਚੰਗੀ ਤਰ੍ਹਾਂ ਲਾ ਸਕੇ ਆ, ਨਾ ਪਿੱਛੇ ਹਟ ਸਕੇ ਆ, ਨਾ ਚੰਗੀ ਤਰ੍ਹਾਂ ਉਹਦਾ ਜਵਾਬ ਦੇ ਰਹੇ ਆ। ਨਹੀਂ, ਜਦੋਂ ਰਾਘਵ ਚੱਡਾ ਭਾਈ, ਇੱਕ ਗੱਲ ਮੇਰੀ ਸਮਝੋ, ਮੈਂ ਉਹਨਾਂ ਦੀ ਪਾਰਟੀ ਦਾ ਨੁਮਾਇੰਦਾ ਨਹੀਂ ਗਾ, ਪਰ ਮੈਂ ਜਿਹੜੇ ਅੱਜ ਲੋਕ ਕਹਿੰਦੇ ਆ ਨਾ ਵੀ ਦਿੱਲੀ ਦਿੱਲੀ ਦਿੱਲੀ, ਇਹ ਭਾਈ ਸਾਹਿਬ ਤੁਸੀਂ ਪੰਜਾਬ ਵਾਲੇ ਹੋ ਜਿਹੜੇ ਵੋਟ ਪਾਈ ਆਮ ਆਦਮੀ ਨੂੰ, ਉਹ ਦਿੱਲੀ ਮਾਡਲ ਤੇ ਹੀ ਪਾਈ ਆ। ਉਦੋਂ ਤੁਸੀਂ ਕਹਿੰਦੇ ਸੀ ਕੇਜਰੀਵਾਲ ਦੇ ਦਿੱਲੀ ਦੇ ਸਕੂਲ, ਦਿੱਲੀ ਦੇ ਮੁਹੱਲਾ ਕਲੀਨਿਕ, ਉਹ ਤੋਂ ਹੀ ਵੋਟ ਪਾਈ, ਤੇ ਫਿਰ ਉਹੀ ਦਿੱਲੀ ਵਾਲੇ 100 ਹੁਣ ਉਹਨਾਂ ਨੂੰ, ਹੁਣ ਕਿਉਂ ਚੀਕ ਨਿਕਲ ਗਈ?
ਹੁਣ ਤਾਂ 3 ਮਹੀਨੇ 'ਚ ਹੀ ਅੱਕ ਗਏ ਉਹਨਾਂ ਤੋਂ। ਇਹ ਭਾਈ ਸਾਹਿਬ ਤੁਸੀਂ ਵੋਟ ਹੀ ਇਹਨਾਂ ਨੂੰ ਪਾਈ ਆ ਦਿੱਲੀ ਵਾਲਿਆਂ ਨੂੰ, ਤੇ ਇਸ ਕਰਕੇ ਸਾਨੂੰ ਤਾਂ ਬਿਲਕੁਲ ਤੁਸੀਂ ਨਕਾਰਿਆ ਏ। ਹੁਣ ਦਿੱਲੀ ਵਾਲੇ ਕਹੀ ਜਾਂਦੇ ਹੋ ਪਿੱਟੀ ਜਾਓ। ਹੁਣ ਤਾਂ ਭਾਈ 5 ਸਾਲ ਬਹਿ ਗਏ ਉਹ, ਤੇ ਇਸ ਕਰਕੇ ਉਹਨਾਂ ਨੇ ਤਾਂ ਅਣਜਾਣਪਣਾ ਕਰਨਾ ਹੀ ਆ। ਉਹਨਾਂ ਨੇ ਤਾਂ ਦਿੱਲੀ ਵਾਲੇ ਕਹਿ ਕੇ ਵੋਟ ਲਈ ਆ ਤੋਂ ਤੁਸੀਂ ਉਹਨਾਂ ਨੂੰ ਪਾਈ ਆ, ਤੇ ਉਹ ਤਾਂ ਦਿਖਾਉਣਗੇ ਹੀ ਹੁਣ ਭਾਈ ਤਮਾਸ਼ਾ ਜਿਹੜਾ ਆਪਣਾ ਦਿਖਾਉਣਗੇ, ਉਹ ਸਹਿਣੇ ਪੈਣੇ ਆਪਾਂ ਨੂੰ। ਇਸ ਕਰਕੇ ਜਿਹੜਾ ਮਾਹੌਲ ਤੁਸੀਂ ਕਹਿੰਦੇ ਹੋ, ਦਿੱਲੀ ਵਾਲਿਆਂ ਨੇ ਜਿਹੜਾ ਉਹਨੂੰ ਕਹਿੰਦੇ ਆ ਦਿੱਲੀ ਆਮ ਆਦਮੀ ਦੀ ਪਾਰਟੀ, ਦਿੱਲੀ ਤਾਂ ਸਾਡੀ ਰਾਜਧਾਨੀ ਆ ਦੇਸ਼ ਦੀ, ਉਹ ਦਿੱਲੀ ਹਰੇਕ ਨੂੰ ਦਿੱਲੀ ਨਾ ਐ ਬਣਾਇਆ ਕਰੋ। ਦਿੱਲੀ ਵਾਲੇ ਅਲੱਗ ਗੱਲ ਹੋ ਸਕਦੀ ਆ ਵੀ ਇਹ ਪਾਰਟੀ, ਪਰ ਦਿੱਲੀ ਨੂੰ ਮਾੜਾ ਨਾ ਕਿਹਾ ਕਰੋ। ਦਿੱਲੀ ਆਪਣਾ ਹੱਕ ਬਣਦਾ ਏ, ਆਪਣਾ ਦੇਸ਼ ਦੀ ਰਾਜਧਾਨੀ ਆ ਦਿੱਲੀ। ਇਸ ਕਰਕੇ ਦਿੱਲੀ ਸਾਡੀ ਆ, ਦਿੱਲੀ ਵਾਲੇ ਜਿਹੜੇ ਆ ਉਹ ਮਾੜੇ ਚੰਗੇ ਹੋ ਸਕਦੇ ਆ। ਦਿੱਲੀ ਤੁਹਾਡੀ ਪਾਰਟੀ ਵੀ ਦਿੱਲੀ ਨੂੰ ਚੱਲਦੀ ਹੈਗੀ, ਪੰਜਾਬ ਦੇ ਪਹਿਲਾਂ ਕਿਹਾ ਹੈ ਵੀ ਦਿੱਲੀ ਵਾਲੇ ਮਾੜੇ ਹੋ ਸਕਦੇ। ਮੈਂ ਤਾਂ ਹੀ ਕਹਿ ਰਿਹਾ ਸਾਰੀਆਂ ਪਾਰਟੀਆਂ ਦਾ ਵੱਡਾ ਟਰਾਂਸਫਾਰਮਰ ਤੇ ਦਿੱਲੀ ਵੀ ਟਿਕਿਆ ਹੋਇਆ ਹੈਗਾ, ਜ਼ਿਆਦਾਤਰ ਪਾਰਟੀਆਂ ਦਾ, ਰੀਜਨਲ ਪਾਰਟੀਆਂ ਛੱਡਦੀ ਏ। ਯਾਦਵਿੰਦਰ ਤੁਸੀਂ ਇੱਕ ਗੱਲ ਸਮਝੋ, ਮੈਂ ਥੋੜਾ ਸਵਾਲ ਕਰ ਲਾਂ। ਮੈਂ ਕਹਿ ਰਿਹਾ ਕਿਵੇਂ ਚੱਲ ਰਿਹਾ ਤੁਹਾਡੀ ਪਾਰਟੀ ਦਾ ਕੀ ਹਾਲ ਅੱਜ ਕੱਲ? ਨਹੀਂ ਦੇਖੋ, ਸਾਡੀ ਪਾਰਟੀ ਦੀ ਤਾਂ ਜਿਹੜੀ ਕੰਧ ਸੀ, ਜਿਵੇਂ ਸਮਝ ਲਓ ਆ ਸ਼ਿਵਾਲੇ ਖਿਲੇ ਖੜੇ ਆ ਇੱਥੇ ਪਹਾੜ ਐਵਰੈਸਟ ਦੇ, ਜਿਵੇਂ ਚੋਟੀਆਂ ਜਿਹੜੀਆਂ, ਉਹ ਸਾਡੀਆਂ ਚੋਟੀਆਂ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਸੀ ਉਹ ਡਿੱਗ ਗਈ, ਜਾਖੜ ਸਾਹਿਬ ਸੀ ਉਹ ਡਿੱਗ ਗਈ ਹੈ ਜੀ, ਸਿੱਧੂ ਸਾਹਿਬ ਜੇਲ੍ਹ 'ਚ ਗਏ ਹੋਏ ਆ। ਇਸ ਕਰਕੇ ਸਾਡੇ ਤਾਂ ਜਿਹੜੇ ਪੁਰਾਣੇ ਵੱਡੇ ਪਰਬਤ ਪਹਾੜ ਸੀ ਕਾਂਗਰਸ ਦੇ, ਉਹ ਸਾਰੇ ਨਸਤਨਬੂਤ ਹੋ ਗਏ ਆ। ਇਸ ਕਰਕੇ ਹੁਣ ਜਿਹੜੀ ਨਵੀਂ ਟੀਮ ਆਈ ਆ, ਉਹ ਨਵੀਂ ਟੀਮ ਆ ਹਜੇ, ਜਿਵੇਂ ਤੁਹਾਨੂੰ ਪਤਾ ਵੀ ਹਰ ਰੰਗਰੂਟ ਇਹਨਾਂ ਨੇ ਚਲੋ ਆ ਨਵਾਂ ਕੱਢਤਾ 4 ਸਾਲ ਵਾਲਾ, ਪਰ ਪਹਿਲਾਂ 3 ਸਾਲ ਦੀ ਟ੍ਰੇਨਿੰਗ ਹੁੰਦੀ ਆ, ਕਿਸੇ ਅਫਸਰ ਦੀ ਵੀ ਲਾ ਲਓ, ਕਿਸੇ ਹੋਰ ਦੀ ਵੀ ਲਾ ਲਓ, ਤੇ ਉਹ ਟ੍ਰੇਨਿੰਗ ਕਰ ਰਹੇ ਆ ਹਜੇ। ਤੇ ਉਹ ਟ੍ਰੇਨਿੰਗ 'ਚ ਦੇਖਦੇ ਆ ਵੀ ਕਿਹੋ ਜਿਹਾ ਰਿਜ਼ਲਟ ਅੱਗੇ ਜਦੋਂ ਨਿਕਲ ਕੇ ਆਉਣਗੇ। ਹਜੇ ਤਾਂ ਟ੍ਰੇਨਿੰਗ ਪੀਰੀਅਡ ਉਹਨਾਂ ਦਾ ਚੱਲ ਰਿਹਾ, ਹਜੇ ਬਾਹਰ ਤਾਂ ਉਹਨਾਂ ਨੇ ਟਾਈਮ ਹਜੇ ਦਿਖਾਉਣਾ ਹੈ ਆਉਣ ਵਾਲਾ। ਉਹ ਤਾਂ 3 ਮਹੀਨੇ ਪਹਿਲਾਂ ਹੀ ਜਿਹੜੀ ਇਲੈਕਸ਼ਨ ਆ ਗਈ, ਜਿਹਦੇ ਵਿੱਚ ਸਾਡਾ ਜਿਹੜਾ ਮਤਲਬ ਅਫਸੋਸ ਤਾਂ ਹੈ ਵੀ ਅਸੀਂ ਦੂਜੇ ਤੋਂ ਚੌਥੇ ਨੰਬਰ 'ਤੇ ਚਲੇ ਗਏ, 4 ਵਿਧਾਨ ਸਭਾ ਹਲਕੇ ਆ, ਅਤੇ ਇਸ ਕਰਕੇ ਪਰਫੋਰਮੈਂਸ ਤਾਂ ਸਾਡੀ ਬਹੁਤ ਡਿੱਗੀ ਆ। ਪਰ ਅਸੀਂ ਹਜੇ ਟ੍ਰੇਨਿੰਗ ਲੈ ਰਹੇ ਹਾਂ, ਵਿੱਚ ਹੀ ਮੈਂ ਆ, ਕਿਉਂਕਿ ਪੁਰਾਣੀ ਸਾਰੀ ਜਿਹੜੀ ਸਾਡੇ ਉਸਤਾਦ ਸੀ ਜਾਂ ਉਹ ਸੀ, ਉਹ ਸਾਰੇ ਰਿਟਾਇਰਮੈਂਟ ਤੋਂ ਜਾਂ ਬਾਹਰ ਸਾਨੂੰ ਛੱਡ ਕੇ ਚਲੇ ਗਏ। ਹੁਣ ਅਗਲੀ ਪੀੜ੍ਹੀ ਆ ਜਿਹੜੀ, ਉਹ ਦੇਖੋ ਕੀ ਰੰਗ ਦਿਖਾਉਂਦੀ ਆ ਅਗਲੇ ਦਿਨਾਂ 'ਚ। ਰਾਜਾ ਵੜਿੰਗ ਟ੍ਰੇਨਿੰਗ ਲੈ ਰਹੇ? ਹਾਂ ਦੇਖੋ, ਹੁਣ ਜਦੋਂ ਐਡੇ ਐਡੇ ਬੰਦੇ ਇੱਕਦਮ ਨਵੀਂ ਲੀਡਰਸ਼ਿਪ 'ਤੇ ਭਾਰ ਪੈ ਗਿਆ, ਉਹ ਇਹ ਥੋੜ੍ਹਾ ਮੌਕਾ ਤਾਂ ਆਪਾਂ ਨੂੰ ਟ੍ਰੇਨਿੰਗ ਦਾ ਹੁਣ ਨਹੀਂ, ਐ ਤਾਂ ਟ੍ਰੇਨਡ ਨੇ, ਪਰ ਸਾਡੇ ਕਈ ਮਤਲਬ ਅੰਦਰੋਂ ਇੱਕ ਗੱਲ ਜਿਹੜੀ ਹੋਈ ਆ, ਜੇ ਪ੍ਰਧਾਨ ਆ ਕੋਈ, ਪ੍ਰਧਾਨ ਨੂੰ ਪ੍ਰਧਾਨ ਮੰਨਣਾ ਵੀ ਤਾਂ ਚਾਹੀਦਾ ਨਾ ਕਿਸੇ ਨੂੰ। ਜਿੰਨਾ ਚਿਰ ਸਾਰੇ ਪ੍ਰਧਾਨ ਨੂੰ ਪ੍ਰਧਾਨ ਨਹੀਂ ਮੰਨਾਂਗੇ ਤੇ ਉਹ ਕੰਮ ਕਿਵੇਂ ਚੱਲੂ? ਕੌਣ ਨਹੀਂ ਮੰਨ ਰਿਹਾ? ਨਹੀਂ, ਮੈਂ ਕਹਿ ਰਿਹਾ ਵੀ ਪਹਿਲੀ ਗੱਲ ਤਾਂ ਇਹ ਹਜੇ ਜਿਵੇਂ ਟ੍ਰੇਨਿੰਗ ਲੈਣ ਤੋਂ ਬਾਅਦ ਉਹ ਸਾਰਿਆਂ ਨੂੰ ਮਾੜਾ ਮੋਟਾ ਕਲਾਸ ਲਾਉਣਗੇ, ਹਜੇ ਨਿਕਲੇ ਆਉਣ ਦੋ ਟ੍ਰੇਨਿੰਗ ਲੈ। ਕਾਂਗਰਸ ਦਾ ਤਾਂ ਹਾਲ ਬਹੁਤ ਮਾੜਾ ਤੁਹਾਨੂੰ ਲੱਗਦਾ ਨਹੀਂ? ਸਟਰੋਂਗ ਲੀਡਰਸ਼ਿਪ ਚਾਹੀਦੀ ਹੈ ਕਿ ਟ੍ਰੇਨਿੰਗ ਵਾਲੀ ਲੀਡਰਸ਼ਿਪ ਚਾਹੀਦੀ ਹੈ ਇਸ ਟਾਈਮ ਕਾਂਗਰਸ? ਦੇਖੋ, ਹਾਲ ਤਾਂ ਮੈਂ, ਕਿਉਂਕਿ ਵਾਤਾਵਰਨ ਨਵਾਂ ਨਾ, ਪਹਿਲਾਂ ਤਾਂ ਅਸੀਂ ਸਰਕਾਰਾਂ ਹੰਡਾਈਆਂ, ਹੁਣ ਵੀ ਸਰਕਾਰ ਸੀ ਉਰੇ, ਹੁਣ ਆਪੋਜੀਸ਼ਨ ਵਾਲਾ ਤਾਂ ਕੰਮ ਚੱਲੂਗਾ, ਤੇ ਉਹ ਤਾਂ ਫਿਰ ਤੁਹਾਨੂੰ ਪਤਾ ਆਪੋਜੀਸ਼ਨ 'ਚ ਤਾਂ ਬਾਹਰ ਧਰਨੇ ਮੁਜ਼ਾਹਰੇ, ਬਾਹਰ ਦਿਨ ਰਾਤ ਮੀਂਹ ਹਨੇਰੀ 'ਚ ਉਹ ਬੈਠਣਾ ਪਊਗਾ ਉਸ ਤਰੀਕੇ ਨਾਲ। ਪਰ ਉਹ 'ਚ ਵੀ ਅਸੀਂ 5 ਸਾਲ ਵਰਕਰ ਆ ਜਿਹੜਾ ਸਾਡਾ ਕਾਂਗਰਸ ਦਾ, ਉਹਨੂੰ ਅਸੀਂ ਪੁੱਛਿਆ ਨਹੀਂ। ਪਰ ਅਸੀਂ ਇਹ ਗੱਲ ਨਹੀਂ ਕਹਿ ਸਕਦੇ ਅੱਜ ਇੱਕ ਲੀਡਰਸ਼ਿਪ, ਇੱਕ ਜਿਹੜੀ ਤੁਸੀਂ ਅੱਜ ਲੀਡਰਸ਼ਿਪ ਦੀ ਗੱਲ ਕੀਤੀ ਅੱਜ ਦੀ, ਉਹ ਕਈ ਵਾਰ ਮੈਂ ਪਿਛਲੇ ਦਿਨਾਂ 'ਚ ਦੇਖੇ ਆ ਬਈ ਉਹ ਤਾਂ ਜੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। ਅਸੀਂ ਤਾਂ ਇਹ ਕਿਸੇ ਨੇ ਮੰਨਣਾ ਨਹੀਂਗਾ, ਜਿਹੜਾ ਬੈਗੇਜ ਆ ਪੁਰਾਣਾ ਉਹ ਵੀ ਨਾਲ ਲੈ ਕੇ ਚੱਲਣਾ ਪੈਣਾ, ਉਹਨੂੰ ਸੁਧਾਰ। ਇਹ ਕਹਿ ਕੇ ਨਹੀਂ ਵੀ ਮੈਂ ਤਾਂ ਵਿਰੋਧ ਕਰਦਾ ਸੀ ਜੀ, ਮੈਂ ਤਾਂ ਉਦੋਂ ਵੀ ਵਿਰੋਧ ਕੀਤਾ, ਪਰ ਇਹ ਗੱਲ ਤਾਂ ਪਾਰਟੀ ਦੀ ਹੁੰਦੀ ਹੈ ਨਾ। 5 ਸਾਲ ਤਾਂ ਜੋ ਕਾਂਗਰਸ ਪਾਰਟੀ ਨੇ ਚੰਗਾ ਮਾੜਾ ਉਹਦੇ ਕੀਤਾ, ਇਕੱਲੇ ਬੰਦੇ ਦੀ ਗੱਲ ਨਹੀਂ ਉਰੇ ਕੋਈ। ਇਸ ਕਰਕੇ ਆਹ ਜਿਹੜੇ ਕੁਛ ਲੀਡਰ ਨੇ ਮੱਥੇਵੜ ਵਾਲੇ ਮਸਲੇ ਤੇ ਕਹਿ ਸੀ ਨਹੀਂ ਕੀਤਾ, ਤਾਂ ਮੈਂ ਨਾਂ ਨਹੀਂ ਲੈਣਾ ਕਿਸ ਦਾ, ਇੱਕ ਨੇ ਨਹੀਂ। ਜਿਹੜੀ ਚੀਜ਼ ਹੁੰਦੀ ਹੈ ਕੋਈ ਉਸ ਗੱਲ ਨੂੰ ਛੱਡ ਦਿੰਦੇ ਆ ਵੀ ਮੈਂ ਤਾਂ ਨਹੀਂ ਸੀ ਇਹ ਕੀਤੀ, ਕਈ ਬਹੁਤ, ਇੱਕ ਨਹੀਂ ਬਹੁਤ, ਬਈ ਆਹ ਚੀਜ਼ ਤਾਂ ਜੀ ਉਹਨੇ ਕੀਤੀ ਸੀ। ਤੇ ਇਸ ਕਰਕੇ ਇਹ ਨਹੀਂ ਕੰਮ ਚੱਲਦਾ ਹੁੰਦਾ। ਜਿਹੜੀ ਜ਼ਿੰਮੇਵਾਰੀ ਲੈਣੀ ਆ ਉਹ ਆਪਣੇ ਤੇ ਲਓ। ਉਹ ਗਲਤ ਹੋ ਸਕਦੀ ਆ, ਪਰ ਉਹਦੇ ਵਿੱਚੋਂ ਬਚ ਕੇ ਆਪਾਂ ਇਕੱਲੇ ਨਹੀਂ ਨਿਕਲ ਸਕਦੇ ਵੀ ਮੈਂ ਤਾਂ ਵਿਰੋਧ ਕੀਤਾ ਸੀ ਉਸ ਵੇਲੇ ਪਰ ਇਹ ਹੋ ਗਿਆ। ਇਹ ਗੱਲਾਂ ਨਹੀਂ, ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਵੀ ਥੋੜ੍ਹੀ ਜਿਹੀ ਹਜੇ ਟ੍ਰੇਨਿੰਗ ਚੱਲ ਰਹੀ ਆ। ਮੈਂ ਇਹ ਕਹਿ ਰਿਹਾ ਹਾਂ ਕਿ ਇਸ ਟਾਈਮ ਕਾਂਗਰਸ ਨੂੰ ਟ੍ਰੇਨਿੰਗ ਵਾਲੇ ਲੀਡਰਾਂ ਦੀ ਲੋੜ ਆ ਜਾਂ ਸਟਰੋਂਗ ਲੀਡਰਸ਼ਿਪ ਦੀ ਲੋੜ ਆ? ਪੰਜਾਬ 'ਚ ਕਾਂਗਰਸ ਬਹੁਤ ਵੱਡੇ ਸੰਕਟ ਨਾਲ ਜੂਝ ਰਹੀ ਹੈ, ਤੁਹਾਨੂੰ ਲੱਗਦਾ ਨਹੀਂ ਕੋਈ ਸਟਰੋਂਗ ਲੀਡਰਸ਼ਿਪ ਆਵੇ? ਫਿਰ ਰਵਿੰਦਰ ਜੀ, ਕਰੀਏ ਕੀ? ਜਿਨ੍ਹਾਂ ਨੂੰ ਕਾਂਗਰਸ ਨੇ ਸਟਰੋਂਗ ਕੀਤਾ, ਐਡੇ ਐਡੇ ਅਹੁਦੇ ਦਿੱਤੇ,
ਤੁਸੀਂ ਉਹਨਾਂ ਦੀ ਇੰਟਰਵਿਊ ਕੀਤੀਆਂ, ਬੜੀਆਂ ਗੱਲਾਂ ਸੀ, ਉਹ ਛੱਡ ਕੇ ਹੀ ਭੱਜ ਗਏ। ਹੁਣ ਇਹ ਸਮਾਂ ਹੈ ਜਿਹੜਾ, ਇਹਨੂੰ ਕਿਹਨੇ ਸਾਂਭਣਾ ਸੀ? ਉਹ ਤਾਂ ਮਤਲਬ ਕੰਧਾਂ ਨੂੰ ਮਾਰ, ਛਾਲਾਂ ਲੁੱਟ ਮਾਰ ਕਰਕੇ ਉਹ ਭੱਜ ਗਏ। ਕਰੀਏ ਕੀ ਹੁਣ? ਇਸ ਕਰਕੇ ਇਹ ਨਵੀਂ ਜਨਰੇਸ਼ਨ 'ਤੇ ਹੀ ਭਾਰ ਪਿਆ। ਹੁਣ ਇਹਨਾਂ ਨੂੰ ਦੇਖੋ, ਨਵੇਂ ਅੱਜ ਦੇਖੋ ਬਦਲ ਗਈ, ਕੁਸ਼ਤੀ ਵੀ ਬਦਲ ਗਈ, ਗੇਮਾਂ ਵੀ ਬਦਲੀਆਂ, ਹਾਕੀ ਆਸਟ੍ਰੋਟਰਫ 'ਤੇ ਆ ਗਈ, ਮਿੱਟੀ ਤੋਂ ਕੁਸ਼ਤੀ ਆ ਜਿਹੜੀ ਉਹ ਮੈਟ 'ਤੇ ਆ ਗਈ। ਅਤੇ ਇਸ ਕਰਕੇ ਉਹ ਟ੍ਰੇਨਿੰਗ ਜਿਹੜੀ ਮੈਂ ਕਹਿ ਰਿਹਾ ਵੀ ਸਿਆਸਤ ਵੀ ਹੁਣ ਨਵੇਂ ਤਰ੍ਹਾਂ ਦੀ, ਬੜੀ ਅਲੱਗ ਤਰ੍ਹਾਂ ਦੀ ਸਿਆਸਤ ਆ, ਪੁਰਾਣੀ ਸਿਆਸਤ ਨਹੀਂ ਰਹੀ। ਪਰ ਟ੍ਰੇਨਿੰਗ 'ਚ ਤਾਂ ਤੁਸੀਂ ਜ਼ਿਆਦਾ ਟ੍ਰੇਨਡ ਹੋਵੋਗੇ ਰਾਜਾ ਵੜਿੰਗ ਦੇ ਨਾਲੋਂ, ਕਿਉਂਕਿ ਤੁਸੀਂ ਤਾਂ ਯੂਥ ਕਾਂਗਰਸ ਦੇ ਪ੍ਰਧਾਨ ਬਹੁਤ ਪਹਿਲੀਆਂ 'ਚ ਬਣ ਗਏ ਸੀਗੇ ਪੰਜਾਬ 'ਚ। ਤੁਸੀਂ ਤਾਂ ਬੜੇ ਪੁਰਾਣੇ, ਮਤਲਬ ਫਿਰ ਵੀ ਇੱਕ ਤੁਹਾਡੇ ਪਰਿਵਾਰ ਦੀ ਵੀ ਇੱਕ ਲੈਗਸੀ ਹੈਗੀ। ਤੁਹਾਨੂੰ ਕਿਉਂ ਨਹੀਂ ਜਮਾਇਆ ਕਾਂਗਰਸ ਨੇ? ਅੱਜ ਕੱਲ੍ਹ ਗੱਲ ਇਹ ਆ, ਤੁਹਾਡੀ ਟ੍ਰੇਨਿੰਗ ਤਾਂ ਜ਼ਿਆਦਾ ਸੀ ਉਹਨਾਂ ਨਾਲੋਂ। ਟ੍ਰੇਨਿੰਗ 'ਚ ਵੀ ਕਹਿ ਦਿੰਦੇ ਯਾਰ ਰਵਨੀਤ ਬਿੱਟੂ। ਅੱਜ ਕੱਲ੍ਹ ਟ੍ਰੇਨਿੰਗ ਆਪ ਨਹੀਂ ਕਿਸ ਤੋਂ ਦੇ ਹੁੰਦੀ, ਨਾ ਕੋਈ ਲੈਂਦਾ ਹੀ ਹੈ ਕਿਸੇ ਤੋਂ। ਅੱਜ ਕੱਲ੍ਹ ਆਪ ਆਪਣੇ ਕੋਚ ਰੱਖਦਾ ਹੈ ਬੰਦਾ। ਤੁਸੀਂ ਦੇਖਿਆ ਹੋਊਗਾ ਵੀ ਵੱਡੇ ਕੋਚ ਆਉਂਦੇ ਆ ਬਾਹਰੋਂ, ਹਾਇਰ ਕਰਦੇ ਆ, ਚਾਹੇ ਉਹ ਕਿਸੇ ਹੋਰ ਦੇਸ਼ਾਂ ਦੇ ਹੋਣ, ਅਤੇ ਹਰੇਕ ਨੇ ਆਪਣਾ ਜਿਹੜਾ ਇਹ ਗੁਰੂ ਚੇਲਾ ਹੈ, ਉਹ ਟ੍ਰੇਨਿੰਗਾਂ ਜਿਹੜੀਆਂ ਉਹ ਚੱਲ ਰਹੀਆਂ ਹੈ। ਅਤੇ ਸਾਤੋਂ ਹਜੇ ਜਿਹੜੀ ਤੁਸੀਂ ਮੇਰੀ ਗੱਲ ਕੀਤੀ ਆ ਵੀ ਟ੍ਰੇਨਿੰਗ, ਇਹ 'ਚ ਕੋਈ ਸ਼ੱਕ ਨਹੀਂ, ਸਾਡੀ ਟ੍ਰੇਨਿੰਗ ਤਾਂ ਸਰਦਾਰ ਬੇਅੰਤ ਸਿੰਘ ਦੇ ਵੇਲੇ ਬਿਲਕੁਲ ਐਨ ਚੰਗੀ ਤਰ੍ਹਾਂ ਹੋਈ ਆ। ਹੁਣ ਅਸੀਂ, ਮੇਰੀ ਜ਼ਿੰਮੇਵਾਰੀ ਆ ਯਾਤਰਾ ਜਿਹੜੀ ਹਿੰਦੁਸਤਾਨ ਜੋੜੋ, ਦੇਸ਼ ਜੋੜੋ ਯਾਤਰਾ ਹੈ ਜਿਹੜੀ, ਉਹ 'ਚ ਲੱਗੀ ਹੋਈ ਆ। ਰਾਹੁਲ ਗਾਂਧੀ ਅਸੀਂ ਅਕਤੂਬਰ 'ਚ ਉਹ ਸ਼ੁਰੂ ਕਰਨੀ ਆ ਸਾਰੇ ਦੇਸ਼ 'ਚ, ਉਦੋਂ ਬਾਅਦ ਫਿਰ ਪੰਜਾਬ ਵੱਲ ਨੂੰ ਹੋਵਾਂਗੇ। ਨਹੀਂ, ਰਵਨੀਤ ਬਿੱਟੂ ਨੂੰ ਮੌਕਾ ਕਿਉਂ ਨਹੀਂ, ਰਾਜੇ ਵੜਿੰਗ ਨੂੰ ਕਿਉਂ? ਮੈਨੂੰ ਇਹ ਤਾਂ ਨਹੀਂ ਮੈਂ ਕਹਿ ਸਕਦਾ, ਇਹ ਤਾਂ ਖੈਰ ਲੀਡਰਸ਼ਿਪ ਦਾ ਫੈਸਲਾ ਹੈ। ਉਹ ਮੇਰੇ ਤੋਂ ਵੱਧ ਲੀਡਰਸ਼ਿਪ ਸਮਝਦੀ ਹੋਊਗੀ, ਉਹ ਵੱਧ ਕਾਬਲ ਨੇ ਪੰਜਾਬ ਦੇ ਵਿੱਚ ਕੰਮ ਕਰਨ। ਉਹ ਉਹਨਾਂ ਦੇ ਗੁਣ ਜਿਹੜੇ ਆ ਉਹਨਾਂ ਨੇ ਕੋਈ ਵੱਧ ਦੇਖੇ ਹੋਣੇ ਆ, ਜਿਹੜਾ ਆਖਰ ਉਹ ਪ੍ਰਧਾਨ ਬਣੇ ਆ। ਪਰ ਹਾਂ, ਮੈਂ ਵੀ ਇਹ 'ਚ ਕੋਈ ਨਹੀਂ ਕਹਿ ਸਕਦਾ ਵੀ ਅੱਗੇ ਤਾਂ ਮੈਂ ਕਹਿ ਦਿੰਦਾ ਸੀ ਮੈਂ ਪ੍ਰਧਾਨਗੀ ਦੀ ਲਾਈਨ 'ਚ ਨਹੀਂ ਸੀ। ਇਸ ਵਾਰ ਤਾਂ ਉਹਨਾਂ ਦੇ ਵਿੱਚ ਹਾਈ ਕਮਾਂਡ ਨੇ ਜ਼ਰੂਰ ਕੁਛ ਜ਼ਿਆਦਾ ਦੇਖਿਆ ਹੋਊਗਾ ਜਿਹੜਾ ਉਹਨਾਂ ਨੂੰ ਪ੍ਰਧਾਨ ਬਣਾਇਆ। ਇਹ ਤਾਂ ਗੱਲ ਕਹਿਣੀ ਪਊਗੀ। ਤੁਸੀਂ ਪ੍ਰਧਾਨਗੀ ਦੀ ਲਿਸਟ ਸੀ ਇਸ ਵਾਰ? ਨਹੀਂ, ਲਿਸਟ 'ਚ ਨਹੀਂ ਸੀ। ਲਿਸਟ ਤਾਂ ਸ਼ਾਇਦ ਕਿਹੜੀ ਹੁੰਦੀ ਹੈ, ਤੇ ਲਿਸਟ ਦਾ ਮਤਲਬ ਨਜ਼ਰ 'ਚ ਸੀ ਤੁਸੀਂ ਕਿ ਬਿੱਟੂ ਵੀ ਪ੍ਰਧਾਨ ਹੋ ਸਕਦਾ ਹੈ। ਇਹ ਜ਼ਰੂਰ ਮੈਂ ਕਿਤੇ ਨਾ ਕਿਤੇ ਆਪਣੇ ਜਿਹਨੂੰ ਵੀ ਕਹਿਣਾ ਸੀ ਕਿਹਾ ਸੀ ਮੈਂ ਵੀ, ਕਿਉਂਕਿ ਇਹ ਮੌਕਾ ਹੈ ਵੀ ਜ਼ਰੂਰ ਸਾਨੂੰ ਇਸ ਵੇਲੇ ਮੌਕਾ ਦੇਣਾ ਚਾਹੀਦਾ। ਮੈਂਬਰ ਪਾਰਲੀਮੈਂਟ 3 ਵਾਰ ਇਲੈਕਸ਼ਨਾਂ ਲੜ ਲਈਆਂ, ਅਤੇ ਇਸ ਗੱਲ ਦਾ ਜ਼ਰੂਰ, ਪਰ ਉਹਨਾਂ ਦੇ ਰਾਏ ਇਹ ਸੀ ਵੀ ਜਿਹੜੀ ਮੈਂਬਰ ਪਾਰਲੀਮੈਂਟ ਨੇ ਅਜੇ ਉਹ ਦਿੱਲੀ 'ਚ MP ਬਹੁਤ ਘੱਟ ਨੇ, ਇੱਥੇ ਧਿਆਨ ਦਿਓ। ਜਿਹੜੇ MLA ਨੇ ਉਹਨਾਂ ਨੂੰ ਤਰਜੀਹ ਆ ਜਿਹੜੀ ਸਟੇਟ ਦੇ ਵਿੱਚ ਉਹਨਾਂ ਨੇ ਦਿੱਤੀ ਆ। ਹਰ ਜਗ੍ਹਾ ਹੀ ਮੈਂ ਦੇਖਿਆ ਇਹ MLA ਵਾਲੀ ਗੱਲ ਉਹਨਾਂ ਨੂੰ ਤਰਜੀਹ ਹੈ ਜਿਹੜੀ ਪ੍ਰਧਾਨ ਨੂੰ ਮਿਲਦੀ ਆ। ਇਸੇ ਗੱਲ 'ਚ ਮੈਂ ਸਮਝਦਾ ਕੋਈ ਕਮੀ ਰਹਿ ਗਈ ਹੋਣੀ ਆ। ਜੇ ਤੁਸੀਂ ਪ੍ਰਧਾਨ ਹੋ ਮੰਨ ਲਓ, ਤਾਂ ਜਿਹੜੀ ਮੈਂ ਕਹਿ ਰਿਹਾ ਕਿ ਲੀਡਰਸ਼ਿਪ ਦੀ ਇਸ ਟਾਈਮ ਕਾਂਗਰਸ ਨੂੰ ਕਹਿੰਦੇ ਲੀਡਰ ਬੜਾ ਵਿਜ਼ਨਰੀ ਹੁੰਦਾ। ਜਿਹੜਾ ਲੀਡਰ ਹੁੰਦਾ ਗਾ ਉਹ ਵੱਡੇ ਸੰਕਟਾਂ 'ਚੋਂ ਕੌਮਾਂ ਨੂੰ ਵੀ ਕੱਢ ਦਿੰਦਾ, ਪਾਰਟੀਆਂ ਨੂੰ ਵੀ ਕੱਢ ਦਿੰਦਾ। ਜਿਹੜਾ ਲੀਡਰ ਹੁੰਦਾ ਗਾ, ਤੁਹਾਨੂੰ ਲੱਗਦਾ ਗਾ ਕਿ ਇਹ ਕੈਪੈਸਿਟੀ ਮਤਲਬ ਕਾਂਗਰਸ ਕਿਤੇ ਰੜਕ ਰਹੀ ਹੈ, ਤੁਹਾਨੂੰ ਘਾਟ ਰੜਕ ਰਹੀ ਹੈ ਕਾਂਗਰਸ 'ਚ ਪੰਜਾਬ 'ਚ? ਨਹੀਂ, ਦੇਖੋ ਇੱਕ ਗੱਲ ਮੈਨੂੰ ਸਮਝੋ, ਰਾਜਾ ਕਾਂਗਰਸ ਹੋਰ ਸੰਕਟ 'ਚ ਜਾ ਰਹੀ ਹੈਗੀ। ਅੱਜ ਇੱਕ ਗੱਲ ਜ਼ਰੂਰ ਮਹਿਸੂਸ ਹੋਈ ਆ, ਜਿਹੜੇ ਪਿਛਲੇ ਦਿਨਾਂ 'ਚ ਵਿਧਾਨ ਸਭਾ 'ਚ ਸੈਸ਼ਨ ਹੋਇਆ, ਉਹਦੇ ਵਿੱਚ ਇੱਕ ਪਲੇਟਫਾਰਮ 'ਤੇ ਜੇ ਇਕੱਠੇ ਹੋ ਕੇ ਸਾਰੇ MLA ਗੱਲਾਂ ਕਰਦੇ, ਜਿਹੜੇ ਸੀਨੀਅਰ MLA ਨੇ, ਕੌਣ ਨੇ? ਪ੍ਰਤਾਪ ਸਿੰਘ ਬਾਜਵਾ ਨੇ, ਖਹਿਰਾ ਸਾਹਿਬ ਨੇ, ਸੁੱਖੀ ਰੰਧਾਵਾ ਜੀ ਨੇ, ਪ੍ਰਗਟ ਸਿੰਘ ਸਰਕਾਰੀਆ। ਮਤਲਬ ਤੁਸੀਂ ਮੱਤੇ ਵਾਲੇ ਦੀ ਮੈਂ ਕੋਈ ਕਹਿਣ ਵਾਲਾ ਨਹੀਂ ਹੁੰਦਾ, ਪਰ ਅਲੱਗ-ਅਲੱਗ ਨਹੀਂ, ਇਕੱਠੇ ਹੋ ਕੇ ਜਿਹੜਾ ਇਕੱਠ ਦਿਖਾਉਣਾ ਚਾਹੀਦਾ ਉਹ ਦਿਖਾਉਣ ਦੀ ਲੋੜ ਆ। ਹਰ ਜਗ੍ਹਾ ਜਿੱਥੇ ਵੀ ਜਾਣਾ ਮੈਂ ਸਮਝਦਾ ਇਹ ਨਹੀਂ ਅਲੱਗ-ਅਲੱਗ, ਜੇ ਪ੍ਰਧਾਨ ਗਏ ਆ ਤਾਂ ਉਹਨਾਂ ਨਾਲ ਹੀ ਜਾਓ ਸਾਰੇ। ਜੇ ਪਾਰਟੀ ਦਾ ਪ੍ਰੈਜ਼ੀਡੈਂਟ ਗਿਆ ਹੈ ਤਾਂ ਮੈਨੂੰ ਲੱਗਦਾ ਜਿਹੜੀ ਉਹ ਗੱਲ ਕਰਦੇ ਆ, ਜਾਂ ਤਾਂ ਐਂ ਲੱਗਦਾ ਵੀ ਮੀਡੀਆ ਜ਼ਿਆਦਾ ਹੋ ਗਿਆ, ਸੋਸ਼ਲ ਮੀਡੀਆ ਹੋ ਗਿਆ। ਨਹੀਂ ਐਂ ਕਿਉਂ ਤਾਂ ਦਿਖ ਰਿਹਾ ਹੈ ਤਾਂ ਕੋਈ, ਕਿਉਂਕਿ ਪ੍ਰਤਾਪ ਬਾਜਵਾ ਨੇ ਚਿੱਠੀ ਲਿਖੀ, ਰਾਜਾ ਵੜਿੰਗ ਮੱਤੇਵਾੜਾ ਪਹੁੰਚ ਕੇ ਖੁਦ, ਉੱਥੇ ਇਕੱਲੇ ਰਾਜਾ ਵੜਿੰਗ ਹੀ ਸੀਗੇ, ਇੱਕ ਯੂਥ ਕਾਂਗਰਸ ਦੇ ਪ੍ਰਧਾਨ ਸੀ, ਤੀਜਾ ਕੋਈ ਬੰਦਾ ਨਹੀਂ ਸੀਗਾ। ਤੀਜੇ ਬੰਦੇ ਦਾ ਮਤਲਬ ਪ੍ਰਗਟ ਸਿੰਘ ਸੀਗੇ। ਨਹੀਂ, ਮੈਨੂੰ ਲੱਗਦਾ ਇਹ ਕੰਮ ਜਿੰਨਾ ਚਿਰ ਸਾਡੀ ਪਾਰਟੀ ਹਾਈ ਕਮਾਂਡ, ਜ਼ਰੂਰ ਹੁਣ ਸੈਸ਼ਨ ਹੋਊਗਾ ਗੱਲ ਕਰਾਂਗੇ, ਜ਼ਰੂਰ ਇਕੱਠੇ ਹੋ ਕੇ ਜਿਹੜੇ ਜਨਰਲ ਸੈਕਟਰੀ ਇੰਚਾਰਜ ਨੇ ਉਹਨਾਂ ਨੂੰ ਆ ਕੇ ਬਾਰ-ਬਾਰ ਉਰੇ, ਇੱਕ ਇਹ ਐਸਾ ਸੂਬਾ ਹੈ ਜਿੱਥੇ ਕਾਂਗਰਸ ਬਹੁਤ ਮਜ਼ਬੂਤ ਆ। ਅੱਗੇ ਸਾਡੀਆਂ ਜਿਹੜੀਆਂ ਇਲੈਕਸ਼ਨਾਂ ਹੈ ਕਮੇਟੀ ਦੀਆਂ ਆ ਗਈਆਂ, ਉਦੋਂ ਬਾਅਦ ਫਿਰ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੈ, BJP ਨੇ ਆਪਣੀਆਂ ਸੀਟਾਂ। ਤੁਹਾਨੂੰ ਇਹ ਲੱਗਦਾ ਗਾ ਕਿ ਰਾਜੇ ਦੀ ਗਵਾਹੀ ਨਹੀਂ ਕਬੂਲ ਰਹੇ ਕਾਂਗਰਸੀ? ਨਹੀਂ, ਮੈਂ ਤਾਂ ਜਿਵੇਂ ਤੁਹਾਨੂੰ ਹਜੇ ਦੱਸਿਆ ਵੀ ਹਜੇ ਟ੍ਰੇਨਿੰਗ ਚੱਲ ਰਹੀ, ਅਜੇ ਤਾਂ ਅਸੀਂ ਬਾਡੀ ਨਹੀਂ ਬਣਾਈ ਆਪਣੀ।
ਜਿੱਦਣ ਅਸੀਂ ਰਾਜੇ ਵੜਿੰਗ ਹੁਣਾਂ ਦੀ ਉਦਣ ਗੱਲ ਸ਼ੁਰੂ ਹੋਊ ਜਿੱਦਣ ਉਹ ਆਪਣੀ ਪੀਸੀਸੀ ਦੀ ਬਾਡੀ ਬਣਾਉਣਗੇ, ਜਿੱਦਣ ਉਹ ਆਪਣੇ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਬਣਾਉਣਗੇ। ਹਜੇ ਤਾਂ ਬਣਾ ਹੀ ਨਹੀਂ ਸਕੇ, ਹਜੇ ਤਾਂ ਉਹ ਲਿਸਟਾਂ ਹੀ ਨਹੀਂ ਜਿਹੜੀਆਂ ਹੈ ਉਹ ਬਣ ਕੇ ਹੀ ਨਹੀਂ ਬਾਹਰ ਆਈਆਂ। ਹਜੇ ਤਾਂ ਜਿਹੜੀ 5-6 ਜਨਰਲ ਸੈਕਟਰੀ ਜਾਂ ਬਣਾਏ ਸੀ ਉਹ ਦਿੱਲੀੋਂ ਆਈ ਸੀ ਲਿਸਟ। ਉਦੋਂ ਬਾਅਦ ਇੱਥੋਂ ਤਾਂ ਜਿਹੜਾ ਕੰਮ ਆ ਉਹ ਹਜੇ ਸ਼ੁਰੂ ਹੋਣਾ। ਤਾਂ ਹੀ ਮੈਂ ਕਹਿ ਰਿਹਾ ਵੀ ਹਜੇ ਜਿਹੜਾ ਕੰਮ ਆ ਉਹ ਸ਼ੁਰੂ ਨਹੀਂ ਹੋਇਆ, ਤੇ ਜਦੋਂ ਸ਼ੁਰੂ ਕਰਨਗੇ ਫਿਰ ਜ਼ਰੂਰ ਤੁਹਾਡੇ ਮੂਹਰੇ ਉਹਨਾਂ ਬਾਰੇ। ਸ਼ਾਇਦ ਮੈਂ ਤਾਂ ਕਦੇ ਪਿੱਛੇ ਹਟਿਆ ਨਹੀਂ ਕਿਸੇ ਗੱਲ ਤੋਂ, ਤੁਹਾਨੂੰ ਪਤਾ ਵੀ ਮੈਂ ਤਾਂ ਹਮੇਸ਼ਾ ਬੇਬਾਕ ਗੱਲ ਕਹਿਣ ਵਾਲਾ ਹੈ। ਨਹੀਂ, ਤੁਸੀਂ ਕਹਿ ਰਹੇ ਹੋ ਨਾ ਵੀ ਕਿਤੇ ਨਾ ਕਿਤੇ ਦਫਾੜ ਨਜ਼ਰ ਆ ਰਹੀ ਹੈ, ਯਾਨੀ ਇੱਕ ਇਸ਼ੂ ਤੇ ਜਦੋਂ ਕਿਸੇ ਜਾਂ ਪ੍ਰਧਾਨ ਦੀ ਕਾਲ ਆ ਜਾਂ ਲੀਡਰ ਆਪੋਜੀਸ਼ਨ ਦੀ ਉਹ ਦਿਖਦੀ ਨਹੀਂ। ਇਹ ਗੱਲ ਦੇਖੋ, ਮੈਂ ਕਹਿ ਵੀ ਦੂੰਗਾ ਐਵੇਂ ਲਕੋਵੀਂ ਜੀ ਵੀ ਠੀਕ ਆ ਜੀ ਗੱਲ ਆ, ਇਹ ਗੱਲ ਸੱਚਾਈ ਆ ਕਿ ਦਫਾੜ ਜਿਹੜੇ ਬਿਆਨ ਨੇ ਜਿਹੜੇ ਉਹ ਸਭ ਦੇ ਇਕੱਠੇ ਹੋ ਕੇ ਇੱਕ ਆਉਣਾ ਚਾਹੀਦਾ। ਕਿਤੇ ਜਾਣਾ ਇਕੱਠੇ ਹੋ ਕੇ ਸਾਰੇ ਐਮਐਲਏ ਸਾਹਿਬਾਨਾਂ ਨੂੰ, ਸਭ ਨੂੰ, ਸੀਨੀਅਰ ਨੂੰ ਨਾਲ ਲੈ ਕੇ ਸਭ ਨੂੰ ਜਾਣਾ ਚਾਹੀਦਾ। ਰਾਜਾ ਵੜਿੰਗ ਹੁਣ ਪ੍ਰਧਾਨ ਨੇ ਪਾਰਟੀ ਦੇ ਬਣਾਏ ਨੇ ਤੇ ਬਣਾਏ ਨੇ। ਤੁਹਾਨੂੰ ਦਫਾੜ ਨਜ਼ਰ ਆਉਂਦੀ ਹੈ ਕਾਂਗਰਸ? ਨਹੀਂ, ਦੋ ਫਾੜ ਤਾਂ ਨਹੀਂ ਮੈਂ ਕਹਿ ਸਕਦਾ। ਦਫਾੜ ਦਾ ਮਤਲਬ ਵਿਚਾਰਾਂ ਦੇ ਤੌਰ ਤੇ ਨਹੀਂ, ਜਿਵੇਂ ਕੱਲ ਇੱਕ ਵਿਚਾਰਕ ਤੌਰ ਤੇ ਕੋਈ ਲੈਟਰ ਲਿਖ ਰਿਹਾ, ਕੋਈ ਪ੍ਰੋਟੈਸਟ ਜਾ ਰਿਹਾ? ਨਹੀਂ, ਹਜੇ ਤੱਕ ਸਾਡਾ ਤਾਂ ਇਹ ਨਹੀਂ ਪਤਾ ਲੱਗ ਰਿਹਾ। ਜਿਵੇਂ ਜਾਖੜ ਸਾਹਿਬ ਚਲੇ ਗਏ, ਉਹਨਾਂ ਦੇ ਬ੍ਰਦਰ ਦੇ ਬੇਟੇ ਜਿਹੜੇ ਭਤੀਜਾ ਸਾਹਿਬ ਉਹ ਐਮਐਲਏ ਨੇ। ਕੱਲ ਰਾਜਾ ਸਾਹਿਬ ਉੱਥੇ ਗਏ ਹੋਏ ਸੀ ਪ੍ਰਧਾਨ ਜੀ, ਉਹ ਕਹਿੰਦੇ ਮੇਰੇ ਬਗੈਰ ਪੁੱਛੇ ਆ ਗਏ, ਕਿਵੇਂ ਆ ਗਏ। ਹੁਣ ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਪਾਰਟੀ ਦੇ ਵਿੱਚ ਨੇ, ਪਾਰਟੀ ਦੇ ਐਮਐਲਏ ਆ, ਇਹਨਾਂ ਨੇ ਕੀ ਡਿਸਾਈਡ ਕੀਤਾ। ਦੋਨਾਂ ਦੇ ਅੱਜ ਜਿਹੜੇ ਬਿਆਨ ਨੇ ਉਹ ਅਖਬਾਰਾਂ 'ਚ ਅਲੱਗ-ਅਲੱਗ ਆਏ, ਕਿੰਨੇ ਕੁ ਐਮਐਲਏ ਨੇ। ਅਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਮੈਂ ਸਮਝਦਾ ਉਹ ਜ਼ਰੂਰ ਪਾਰਟੀ ਨੂੰ ਸੁਧਾਰ ਲੈਣੀਆਂ ਚਾਹੀਦੀਆਂ। ਨਾਲ ਪ੍ਰਧਾਨ ਨੇ ਜਿਹੜੇ ਉਹ ਆਸ਼ੂ ਜੀ ਵੀ ਲਾਏ ਹੋਏ ਆ। ਕਿਤੇ ਇਹ ਤਾਂ ਨਹੀਂ ਹੋ ਤੁਸੀਂ ਕਹਿੰਦੇ ਟ੍ਰੇਨਿੰਗ 'ਚ ਨੇ, ਕਿਤੇ ਇਹ ਤਾਂ ਨਹੀਂ ਗਾ ਅਗਲੀ ਜਦੋਂ ਤੱਕ ਸਰਕਾਰ ਬਣਦੀ ਹੈ ਜਾਂ ਐਮਪੀ ਇਲੈਕਸ਼ਨ ਆਉਂਦੀਆਂ ਨੇ ਘੱਟੋ ਘੱਟ 24 ਤੱਕ ਟ੍ਰੇਨਿੰਗ ਹੀ ਚੱਲਦੀ ਰਹੇ, ਤੁਸੀਂ ਫਿਰ ਸਾਫ਼ ਹੋ ਜਾਓ। ਕਾਂਗਰਸ ਦੀ ਟ੍ਰੇਨਿੰਗ ਚੱਲ ਰਹੀ ਹੈ, ਕਾਂਗਰਸ ਦੇ ਪ੍ਰਧਾਨ ਦੀ ਟ੍ਰੇਨਿੰਗ ਚੱਲ ਰਹੀ ਹੈ। ਦੇਖੋ, ਇਹ 'ਚ ਕੋਈ ਸ਼ੱਕ ਨਹੀਂ, ਨੁਕਸਾਨ ਤਾਂ ਸਾਡਾ ਬੜਾ ਹੋਇਆ। ਹੁਣ ਤੁਹਾਡੇ ਮੂਹਰੇ ਮੈਂ ਝੂਠ ਬੋਲੀ ਜਾਵਾਂ ਵੀ ਸਾਰੇ ਸੀਨੀਅਰ ਲੀਡਰਸ਼ਿਪ ਛੱਡ ਕੇ ਚਲੀ ਗਈ ਅਤੇ ਇੱਕਦਮ ਨਵੀਂ ਲੀਡਰਸ਼ਿਪ 'ਤੇ ਸਾਰਾ ਬੋਝ ਪਿਆ ਹੈ। ਉਹਨਾਂ ਨੂੰ ਸੰਭਲਣ ਨੂੰ ਥੋੜ੍ਹਾ ਚਿਰ ਤਾਂ ਲੱਗੂਗਾ, ਇਹ ਤਾਂ ਮੰਨਣਾ ਪਊਗਾ। ਹੁਣ ਉਹ ਭਾਰ ਕਿੰਨਾ ਕੁ ਚੱਕ ਸਕਦੇ ਆ, ਉਹਨਾਂ ਦੀ ਚੈਸੀ ਕਿੰਨੀ ਕੁ ਮਜ਼ਬੂਤ ਆ, ਉਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਹੈਵੀ ਹੁਣ ਤੱਕ ਤੁਸੀਂ ਕਹਿ ਰਹੇ ਹੋ ਹੁਣ ਤੱਕ ਨਹੀਂ ਚੱਕਿਆ ਗਿਆ? ਹਜੇ ਤਾਂ ਵਰਜਿਸ਼ਾਂ ਹੋ ਰਹੀਆਂ, ਹਜੇ ਡੰਡ ਮਾਰੇ ਜਾ ਰਹੇ ਆ। ਹਜੇ ਮੁਕਾਬਲੇ 'ਚ ਜਿਹੜਾ ਆਉਣ ਦਾ ਟਾਈਮ ਆ ਉਹ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜਾਂ ਪਾਰਲੀਮੈਂਟ ਦੀ ਇਲੈਕਸ਼ਨਾਂ ਦੇ ਵਿੱਚ ਜਿਹੜਾ ਪਰਫਾਰਮੈਂਸ ਦਾ ਪਤਾ ਲੱਗੂਗਾ। ਹਜੇ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਜੋ ਸਾਡਾ ਹਾਲ ਐਵੇਂ ਕਹੀਏ ਜਾਈਏ ਉਹ ਤਾਂ ਤੁਹਾਡੇ ਮੂਹਰੇ ਹੀ ਆ। ਜੋ ਸੰਗਰੂਰ ਇਲੈਕਸ਼ਨ 'ਚ ਹੋਇਆ, ਹੁਣ ਉਹਦਾ ਡਿਨਾਈ ਨਹੀਂ ਕਰ ਸਕਦੇ ਵੀ ਹਜੇ ਸਾਡੇ ਹਾਲਾਤ ਤਾਂ ਨਹੀਂ ਸੁਧਰੇ। ਤੁਹਾਨੂੰ ਲੱਗਦਾ ਜਿਹੜੀਆਂ ਸਟੇਟਮੈਂਟਾਂ ਜਦੋਂ ਕੁਝ ਲੀਡਰਾਂ ਨੇ ਪਾਰਟੀ ਛੱਡੀ, ਉਹ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਵਧੀਆ ਉਹ ਚਲੇ ਗਏ, ਉਹਨਾਂ ਨੇ ਬਜ਼ੁਰਗਾਂ ਨੂੰ ਇੱਕ ਤਰ੍ਹਾਂ ਸੰਬੋਧਨ, ਕਹਿੰਦੇ ਜਿਹੜੇ ਜਾਂਦੇ ਆ ਜਾਣ ਦਿਓ, ਵਧੀਆ ਲੈਣ ਦਿਓ ਗਲੋਂ ਇਹਨਾਂ ਨੂੰ, ਉਹੀ ਜਿਹੀਆਂ ਸਟੇਟਮੈਂਟਾਂ ਵੀ ਕਿਤੇ ਨਾ ਕਿਤੇ ਜੋ ਤੁਸੀਂ ਨੌਜਵਾਨ ਹੋ, ਤੁਸੀਂ ਵੀ ਨੌਜਵਾਨ ਹੋ ਗਏ, ਜੋ ਤੁਸੀਂ ਸਭ ਨੂੰ ਨਾਲ ਲੈ ਕੇ ਚੱਲਣਾ ਵਿਦਿਨ ਪਾਰਟੀ ਫਿਰ ਵਿਰੋਧ ਹੁੰਦਾ, ਸ਼ਾਇਦ ਦੂਜੇ ਵੀ ਜਿਹੜੇ ਅੰਦਰ ਬੈਠੇ ਨੇ ਉਹ ਵੀ ਇਹ ਮਹਿਸੂਸ ਕਰਦੇ ਹੋਣਗੇ ਵੀ ਸਾਨੂੰ ਵੀ ਇਹੀ ਦੇਖਿਆ ਜਾ ਰਿਹਾ ਹੈਗਾ। ਨਹੀਂ, ਇਹ ਗੱਲ ਤਾਂ ਨਹੀਂ। ਮੈਂ ਦੇਖੋ, ਮੈਂ ਤਾਂ ਜਦੋਂ ਬੀਜੇਪੀ ਜੁਆਇਨ ਕੀਤੀ ਕੁਝ ਲੀਡਰਾਂ, ਤੁਸੀਂ ਦੇਖਿਆ ਨਾ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਰਾਜਾ ਵੜਿੰਗ ਦੀ ਇੱਕ ਸਟੇਟਮੈਂਟ ਆਈ ਸੀ। ਨਹੀਂ, ਪੋਲੀਟਿਕਸ ਦੇ ਵਿੱਚ ਦੇਖੋ, ਅਸੀਂ ਤਾਂ ਇਹ ਸੀਨੀਅਰਾਂ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲੈ ਕੇ ਇੱਥੇ ਤੱਕ ਪਹੁੰਚੇ ਹਾਂ। ਸੀਨੀਅਰ ਲੋਕ ਨੇ ਇਹ, ਮੇਰੇ ਵਰਗੇ ਦੀ ਤਾਂ ਕੋਸ਼ਿਸ਼ ਹੋਊਗੀ ਵੀ ਇਹਨਾਂ ਨੂੰ ਕਦੋਂ ਦੁਬਾਰਾ ਵਾਪਸ ਲੈ ਕੇ ਆਈਏ। ਦੇਖੋ, ਆਖਰ ਕਾਂਗਰਸ ਪਾਰਟੀ ਨੇ ਇੰਨਾ ਕੁਝ ਦਿੱਤਾ ਨਾ ਉਹਨਾਂ ਨੂੰ, ਕਾਂਗਰਸ ਪਾਰਟੀ ਕਰਕੇ ਫਿਰ ਇਹ ਐਫਰਟ ਕਿਉਂ ਨਹੀਂ ਹੋਇਆਗਾ ਕਿ ਇਹ ਰਾਜਾ ਵੜਿੰਗ ਨਹੀਂ ਕਰ ਸਕਦੇ ਸੀ? ਨਹੀਂ, ਉਹ ਰਾਜਾ ਤਾਂ ਉਦੋਂ ਹਜੇ ਪ੍ਰਧਾਨ ਮੈਨੂੰ ਲੱਗਦਾ ਬਣ ਗਿਆ ਸੀ, ਬਣਾਏ ਥੋੜ੍ਹਾ ਚਿਰ, ਪਰ ਇਹ ਐਫਰਟ ਸਾਨੂੰ ਜੁਆਇੰਟਲੀ ਸਾਰੀ ਪਾਰਟੀ ਨੂੰ ਕਰਨਾ ਚਾਹੀਦਾ। ਅੱਗੇ ਵੀ ਮੈਂ ਦੱਸ ਦਿੰਦਾ, ਬੀਜੇਪੀ 'ਚ ਉਹ ਔਖੇ ਨੇ, ਉਹ ਵਾਪਸ ਆ ਸਕਦੇ ਆ, ਪਰ ਇਹ ਨਹੀਂ ਹੋ ਸਕਦਾ। ਮੈਂ ਕਿਸੇ ਦਾ ਵੀ ਬਿਆਨ, ਚਾਹੇ ਰਾਜਾ ਜੀ ਦਾ ਲਾ ਕੇ ਚਾਹੇ ਮੇਰੀ ਗੱਲ ਹੋਵੇ, ਆਪਾਂ ਆਪਣੇ ਬਜ਼ੁਰਗਾਂ ਨੂੰ, ਆਪਣੇ ਜੇ ਬਜ਼ੁਰਗ ਹੋ ਜਾਣ ਮਾਂ ਪਿਓ ਜਾਂ ਦਾਦਾ ਦਾਦੀ, ਇਹ ਥੋੜ੍ਹੀ ਕਹਿ ਸਕਦੇ ਹਾਂ ਵੀ ਹੁਣ ਤੁਸੀਂ ਬਾਹਰ ਚੱਲੋ ਜਾਂ ਤੁਹਾਡੀ ਲੋੜ ਨਹੀਂ, ਐ ਨਹੀਂ ਹੁੰਦਾ। ਉਹ ਸੀਨੀਅਰ ਨੇ, ਉਹਨਾਂ ਦਾ ਅੱਜ ਹੀ ਬਲਵੀਰ ਸਿੰਘ ਸਿੱਧੂ ਮੇਰੇ ਨਾਲ ਸੀ, ਅਸੀਂ ਇੱਕ ਜਗ੍ਹਾ ਇਕੱਠੇ ਹੋਏ ਅਤੇ ਮੈਂ ਤਾਂ ਇਹੀ ਉਹਨਾਂ ਨੂੰ ਕਿਹਾ ਵੀ ਛੱਡੋ ਜੀ, ਤੁਹਾਡੀ ਆਪਦੀ ਪਾਰਟੀ ਹੈ, ਵਾਪਸ ਆਓ। ਤਾਂ ਹਰ ਵਾਰ ਮੌਕਾ ਹੁੰਦਾ ਹੈ, ਜਿਹੜਾ ਰਿਸ਼ਤਾ ਹੈ ਆਪਣਾ, ਕਦੇ ਵੀ ਕਿਸੇ ਵੀ ਪਾਰਟੀ ਦੇ ਵਿੱਚ ਹੋਵੇ, ਕੋਈ ਤੁਹਾਡਾ ਛੱਡ ਕੇ ਗਿਆ ਹੋਵੇ, ਤੁਹਾਨੂੰ ਨਾ ਛੱਡ ਕੇ, ਪੰਜਾਬ ਦੇ ਲਈ, ਪਾਰਟੀ ਲਈ ਤਾਂ ਇਹ ਕੋਈ ਆਪਣਾ ਕਿਹੜਾ ਕੋਈ ਘਰ ਦੀ ਲੜਾਈ ਆ, ਜਾਂ ਇਹ ਪਾਰਟੀ ਕਿਸੇ ਦੀ ਆਪ ਦੀ ਜੱਦੀ ਆ। ਇਸ ਕਰਕੇ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਨਾਲ ਲੈ ਕੇ, ਚਾਹੇ ਉਹ ਪੁਰਾਣੇ ਨੇ ਚਾਹੇ ਨਵੇਂ ਨੇ, ਕਿਉਂਕਿ ਕਿਸੇ ਵੇਲੇ ਸਾਡੇ ਵਾਲਾ ਕੰਮ ਉਹਨਾਂ ਨੇ ਵੀ ਕੀਤਾ ਹੁੰਦਾ।
ਸਾਡੇ ਇਸੇ ਸਟੇਜ ਤੋਂ ਉਹ ਵੀ ਨਿਕਲ ਕੇ ਗਏ ਹੁੰਦੇ ਆ, ਉਹਨਾਂ ਦੀਆਂ ਵੀ ਕੋਈ ਮਜਬੂਰੀਆਂ ਹੋਣਗੀਆਂ, ਕੋਈ ਉਹਨਾਂ ਦੀ ਤਕਲੀਫ ਹੋ ਸਕਦੀ ਆ ਜਿਹੜੀ ਕਿ ਸਾਤੋਂ ਨਾ ਸੁਣੀ ਗਈ ਹੋਵੇ, ਉਹ ਜਿਹੜੇ ਗਏ ਨੇ। ਆਖਰ ਵੇਰਕਾ ਸਾਹਿਬ ਵਰਗੇ ਪੁਰਾਣੇ ਬੰਦੇ ਆ, ਸਿੱਧੂ ਸਾਹਿਬ ਪੁਰਾਣੇ ਬੰਦੇ ਆ, ਕਾਂਗੜ ਸਾਹਿਬ ਪੁਰਾਣੇ ਬੰਦੇ ਆ, ਇਸ ਕਰਕੇ ਤਕਲੀਫ ਤਾਂ ਬਹੁਤ ਜ਼ਿਆਦਾ ਹੁੰਦੀ ਆ, ਦੁੱਖ ਤਾਂ ਬਹੁਤ ਹੁੰਦਾ ਇਹ ਵੀ ਉਹ ਕਿਉਂ ਲੱਗ ਨੇ, ਜਦੋਂ ਕਿਤੇ ਉਹਨਾਂ ਨੂੰ ਵੀ ਜ਼ਰੂਰ ਤਕਲੀਫ ਹੁੰਦੀ ਆ। ਅਸੀਂ ਮੈਂ ਪਰਸੋਂ ਹੀ ਅੰਮ੍ਰਿਤਸਰ ਸਾਹਿਬ ਗਿਆ ਸੀ ਤੇ ਸਾਰੇ ਹੀ ਜਿਹੜੇ ਨਾਲ ਦੇ ਬੈਠੇ ਸੀ ਕਹਿੰਦੇ ਜੀ ਆਹ ਵੇਰਕਾ ਸਾਹਿਬ ਦਾ ਘਰਾਂ ਨਾਲੋਂ ਨਿੰਘ ਰਹੇ ਸੀ, ਕਿੱਥੇ ਤਾਂ ਵੇਰਕਾ ਸਾਹਿਬ ਦੇ ਘਰੇ ਅੰਦਰ ਚਲੇ ਜਾਣਾ ਸੀ ਜਾ ਕੇ, ਕਿੱਥੇ ਅਸੀਂ ਵੀ ਚਲੋ ਹੁਣ ਅੱਜ ਉਹ ਸਾਡੇ ਨਾਲ ਨਹੀਂ ਗਏ, ਪਰ ਫਿਰ ਕੋਸ਼ਿਸ਼ ਆ ਵੀ ਜੋੜਾਂਗੇ ਨਾਲ ਸਾਰਿਆਂ ਨੂੰ, ਕੋਈ ਗੱਲ ਨਹੀਂ। ਇਹ ਨਹੀਂ ਗੱਲ ਹੁੰਦੀ, ਨਵਿਆਂ ਨੂੰ ਜਗ੍ਹਾ ਤਾਂ ਬਣੀ ਜਾਂਦੀ ਹੁੰਦੀ ਆ, ਇਹ ਨਹੀਂ ਵੀ ਪੁਰਾਣਿਆਂ ਨੂੰ ਕੱਢ ਕੇ ਜਗ੍ਹਾ ਬਣੇਗੀ ਨਵਿਆਂ ਦੀ। ਇਹ ਮੈਂ ਇਸ ਗੱਲ ਨਾਲ ਇਤਫਾਕ ਨਹੀਂ ਰੱਖਦਾ। ਤੁਹਾਨੂੰ ਲੱਗਦਾ ਜਦੋਂ ਛੱਡ ਕੇ ਗਏ ਮੌਕੇ ਤੇ ਪ੍ਰਧਾਨ ਦੀ ਇਹੋ ਜਿਹੀ ਸਟੇਟਮੈਂਟ ਨਹੀਂ ਬਣਦੀ ਸੀ? ਜੇ ਯਾਦਵਿੰਦਰ, ਉਹ ਤਾਂ ਆਪਣੀ ਆਪਣੀ ਸਾਰਿਆਂ ਦੀ ਸੋਚ ਆ, ਮੈਂ ਤਾਂ ਇੱਕ ਆਮ ਮਾਮੂਲੀ ਵਰਕਰ ਹਾਂ। ਉਹ ਤਾਂ ਪ੍ਰਧਾਨ ਨੇ ਪਾਰਟੀ ਦੇ, ਉਹ ਤਾਂ ਬਿਆਨ ਦੇ ਸਕਦੇ ਆ ਐਜ਼ ਏ ਪਾਰਟੀ ਪ੍ਰੈਜ਼ੀਡੈਂਟ, ਬਹੁਤ ਵੱਡਾ ਰੁਤਬਾ ਉਹਨਾਂ ਦੇ ਕੋਲ। ਪਰ ਉਹਦੀ ਜ਼ਿੰਮੇਵਾਰੀ ਵੀ ਤਾਂ ਹੁੰਦੀ ਹੈ ਵੀ ਤੁਸੀਂ ਕੀ ਬੋਲਣਾ ਕੀ ਨਹੀਂ ਬੋਲਣਾ। ਦੇਖੋ, ਜੇ ਮੈਂ ਕੋਈ ਵੀ ਯਾਦਵਿੰਦਰ ਤੋਂ ਅੱਗੇ ਗੱਲ ਕਰੂੰਗਾ ਤਾਂ ਉਹ ਕਹਿੰਦੇ ਨਿਸ਼ਾਸਨੀ ਕਾਰਵਾਈ ਹੋਈ ਬਿੱਟੂ ਤੇ ਬ੍ਰੇਕਿੰਗ ਆ ਜੇ ਕਿਤੇ ਰਾਜੇ ਵੜਿੰਗ ਨੇ ਬਿੱਟੂ ਤੇ ਕੀਤੀ ਨਿਸ਼ਾਸਨੀ, ਅਨੁਸ਼ਾਸਨ ਦੇ ਬਹੁਤ ਪੱਕੇ ਨੇ, ਕਹਿੰਦੇ ਉਹ ਬਿੱਟੂ ਨੂੰ ਵੀ ਪਾਰਟੀ 'ਚ ਬਾਹਰ ਕੱਢ ਸਕਦੇ ਆ। ਨਹੀਂ ਦੇਖੋ, ਜੇ ਤੁਸੀਂ ਕੁਝ ਬੋਲੋਗੇ ਜਿਹੜਾ ਪਾਰਟੀ ਦਾ ਪ੍ਰਧਾਨ, ਕਿਤੇ ਕਹਿੰਦੇ ਨਹੀਂ ਡਰਦੇ ਨਹੀਂ ਬੋਲ ਰਹੇ, ਨਹੀਂ ਜਿਹੜਾ ਪਾਰਟੀ ਦਾ ਪ੍ਰਧਾਨ, ਫਿਰ ਅਸੀਂ ਹੈਡਲਾਈਨ ਬਣਾ ਦਿੰਦੀ ਆ ਰਾਜਾ ਵੜਿੰਗ ਤੋਂ ਡਰਦੇ ਨਹੀਂ ਬੋਲ ਰਹੇ ਰਵਨੀਤ ਬਿੱਟੂ। ਇਹ ਬਣ ਸਕਦੀ ਹੈ, ਕੋਈ ਨਹੀਂ। ਕਿਉਂਕਿ ਇਸ ਵੇਲੇ ਰਾਜਾ ਵੜਿੰਗ ਜਿਹੜੇ ਆ ਉਹ ਪਾਰਟੀ ਦੇ, ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ, ਜਿਸ ਤੇ ਕੈਪਟਨ ਅਮਰਿੰਦਰ ਸਿੰਘ ਕੁਰਸੀ ਤੇ ਬਹਿੰਦੇ ਸੀ, ਸ਼ਹੀਦ ਆਜ਼ਮ ਸਰਦਾਰ ਬੇਅੰਤ ਸਿੰਘ ਬਹਿੰਦੇ ਸੀ, ਉਹ ਪ੍ਰਧਾਨ ਦੀ ਕੁਰਸੀ ਤੇ ਬੈਠੇ ਆ। ਅੱਜ ਉਹ ਕੁਰਸੀ ਦੀ ਇੱਜ਼ਤ ਆ, ਉਸ ਕੁਰਸੀ ਦਾ ਮਾਣ ਸਨਮਾਨ ਆ, ਤੇ ਇਸ ਕਰਕੇ ਪ੍ਰਧਾਨ ਤਾਂ ਬਹੁਤ ਪਾਵਰਫੁਲ ਹੁੰਦਾ। ਪਰ ਜਿੱਥੇ ਤੱਕ ਅਸੀਂ ਮੈਂਬਰ ਪਾਰਲੀਮੈਂਟ ਆ, ਅਸੀਂ ਤਾਂ ਹਜੇ ਜਿਹੜੇ ਕੱਢਣ ਕਢਾਉਣ ਵਾਲਾ ਕੰਮ ਆ, ਉਤਲੀ ਜਿਹੜੇ ਸ਼੍ਰੀਮਤੀ ਸੋਨੀਆ ਗਾਂਧੀ ਹੈ ਉਹਨਾਂ ਦੇ ਹੱਥ ਆ। ਪਰ ਉਹ ਕਹਿੰਦੇ ਜਿਹੜਾ ਪੰਜਾਬ 'ਚ ਅਨੁਸ਼ਾਸਨੀ ਕਾਰਵਾਈ ਦੇ ਬੜੇ ਪੱਕੇ ਨੇ, ਉਹਨਾਂ ਨੇ ਕਹੀ ਹੈ ਗੱਲ, ਜਿਹੜਾ ਵੀ ਅਨੁਸ਼ਾਸਨ ਭੰਗ ਕਰੂ ਉਹ ਤੇ ਕਾਰਵਾਈ ਹੋਊ, ਚਾਹੇ ਰਵਨੀਤ ਬਿੱਟੂ ਹੋਵੇ। ਮੇਰੇ ਬਾਰੇ ਲਿਖ ਕੇ ਭੇਜ ਸਕਦੇ ਆ, ਉਹ ਆਪ ਫੈਸਲਾ ਨਹੀਂ ਲੈ ਸਕਦੇ। ਜਿੰਨੇ ਵੀ ਅਸੀਂ MP ਆ, ਅਸੀਂ ਜਾ ਕੇ ਦਿੱਲੀ ਵਾਲਿਆਂ ਦੇ, ਉੱਥੇ ਦੇ ਜਨਰਲ ਸੈਕਟਰੀ, ਉੱਥੇ ਦੇ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ ਦੇ ਥੱਲੇ ਕੰਮ ਕਰਦੇ ਆ। ਜਿਹੜੀ ਉਹਨਾਂ ਦੀ ਉਰੇ ਦੀ ਟੀਮ ਆ, ਉਹਨਾਂ ਨੂੰ ਤੁਰੰਤ ਕਾਰਵਾਈ, ਜਿਵੇਂ ਆ ਦੋਨੋਂ ਮੇਅਰ ਸੀ, ਡਿਪਟੀ ਮੇਅਰ ਸੀ, ਉਹਨਾਂ ਨੇ ਪਾਰਟੀ 'ਚੋਂ ਕੱਢਤਾ। ਸਾਡੇ ਬਾਰੇ ਕੱਢਣ ਨੂੰ ਲਿਖਣਾ ਪਊਗਾ ਉਹਨਾਂ ਨੂੰ। ਫਿਰ ਅਸੀਂ ਇਹ ਹੈਡਿੰਗ ਬਣਾ ਸਕਦੇ ਹਾਂ, ਰਾਜਾ ਵੜਿੰਗ ਤੋਂ ਡਰਦੇ ਨਹੀਂ ਬੋਲਦੇ ਬਿੱਟੂ। ਬਣਾ ਸਕਦੇ। ਪ੍ਰਧਾਨ ਤੋਂ ਹਮੇਸ਼ਾ, ਬੌਸ ਤੋਂ, ਆਪਣੇ ਤੋਂ ਡਰਨਾ ਚਾਹੀਦਾ। ਦੇਖੋ, ਇਹ ਡਰ ਕੇ ਕਾਂਗਰਸ ਕਿੰਨਾ ਚਿਰ ਚੱਲੂਗੀ? ਇੱਕ ਮੇਰੀ ਗੱਲ ਨੂੰ ਸਮਝੋ, ਇੱਕ ਆਹੀ ਬੋਲ ਕੇ ਤਾਂ ਅਸੀਂ ਨੁਕਸਾਨ ਆਪਣਾ ਕਰ ਲਿਆ। ਡਰ ਨਹੀਂ, ਇਹੀ ਬੋਲ ਮੀਡੀਆ ਵਾਲਿਆਂ ਨੇ ਘਲਾ ਆਹੀ ਗੱਲਾਂ ਸਾਤੋਂ ਅਸੀਂ ਆਪਣਾ ਚੰਨੀ ਸਾਹਿਬ ਪਤਾ ਨਹੀਂ ਕਿੱਥੇ ਨੇ ਇਸ ਵੇਲੇ, ਸੱਚ ਉਹਨਾਂ ਦਾ ਮੈਂ ਨਾਂ ਰਹਿ ਗਿਆ ਸੀ, ਕੈਪਟਨ ਸਾਹਿਬ ਦਾ, ਉਹ ਵੀ ਤਾਂ ਹੈ। ਕਿੱਡੇ ਪਹਾੜ ਤਾਂ ਸਾਡੇ ਡਿੱਗੇ ਪਏ ਆ। ਹੁਣ ਤੁਸੀਂ ਜਿਹੜੇ ਅਸੀਂ 4 ਬੰਦੇ ਆ, ਅਸੀਂ ਤਾਂ ਜੁੜੇ ਰਹੀਏ। ਨਹੀਂ, ਮੈਨੂੰ ਤਾਂ ਇਹ ਦੁੱਖ ਆ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਕਾਂਗਰਸ ਟ੍ਰੇਨਿੰਗ ਦੇ ਪ੍ਰੋਸੈਸ 'ਚ ਆ। ਜੇ ਕਾਂਗਰਸ ਦਾ ਪ੍ਰਧਾਨ ਟ੍ਰੇਨਿੰਗ ਲੈ ਰਿਹਾ ਹੈਗਾ, ਇਹ ਤਾਂ ਕਾਂਗਰਸ ਲਈ ਬਹੁਤ ਮਾੜੀ ਹਾਲਤ ਆ ਕਾਂਗਰਸ। ਨਹੀਂ, ਕੀ ਪਤਾ ਅਸੀਂ ਕਿਹੜਾ ਦਾਅ ਸਿੱਖ ਰਹੇ ਆ ਵੀ ਕਿਵੇਂ ਸਿੱਟਣੇ ਆ। ਜੇ ਤੁਸੀਂ ਹੁਣ ਜਦੋਂ ਐਡੇ ਕ੍ਰਾਈਸਿਸ 'ਚ ਆ, ਤੁਹਾਡਾ ਪ੍ਰਧਾਨ ਟ੍ਰੇਨਿੰਗ 'ਚ ਆ, ਤੁਸੀਂ ਕਹਿ ਰਹੇ ਹੋ ਬਈ ਹੁਣ ਅਸੀਂ ਵਿਹਲੇ ਹੋ ਗਏ ਨਾ। ਅਸੀਂ ਇਸ ਵੇਲੇ ਨਹੀਂ, ਇਸ ਟਾਈਮ ਤੇ ਉਹ ਪ੍ਰਧਾਨ ਚਾਹੀਦਾ ਸੀ ਜਿਹਨੂੰ ਤਜਰਬਾ ਹੋਵੇ, ਜਿਹੜਾ ਗੇਮ ਕਮਾ ਦੇ, ਜਿਹੜਾ ਰਾਜਨੀਤੀ ਨੂੰ 2 ਜੋੜ 2 5 ਕਰ ਦੇ। ਤੁਸੀਂ ਮੇਰੀ ਗੱਲ ਸਮਝੇ ਹੀ ਨਹੀਂ। 4 ਨਾ ਕਰੇ 5 ਕਰ ਦੇ। ਮੈਂ ਉਹੀ ਤੁਹਾਨੂੰ ਕਹਿ ਰਿਹਾ ਸੀ ਵੀ ਜਿਹੜੇ ਪੁਰਾਣੇ ਪਹਿਲਵਾਨ ਸੀ ਸਾਡੇ, ਮਿੱਟੀ ਤੇ ਖੇਲਣ ਵਾਲੇ, ਉਹ ਦਾ ਨਹੀਂ ਚੱਲਦੇ। ਹੁਣ ਆਹ ਜਿਹੜੇ ਮੈਟ ਵਾਲੀ ਕੁਸ਼ਤੀ, ਹੁਣ ਹਾਕੀ ਜਿਹੜੀ ਟਰਫ ਵਾਲੀ ਆ, ਉਹ ਚੀਜ਼ਾਂ ਜਿਹੜੀਆਂ ਰਾਜਾ ਬਰਾੜ ਕਰ ਸਕਦਾ ਏ, ਉਹ ਪੁਰਾਣੇ ਨਹੀਂ ਕਰ ਸਕਦੇ। ਇਹ ਜਿਹੜੇ ਨਵੇਂ ਦਾ ਨੇ, ਇਹ ਬਾਟੀ ਪਹਿਲਵਾਨ ਵਾਲੇ ਦਾ ਰਾਜਾ ਹੀ ਮਾਰੂਗਾ, ਤੁਸੀਂ ਦੇਖਿਓ। ਐਸੀ ਕੋਈ ਗੱਲ ਨਹੀਂ, ਕਿਉਂਕਿ ਭਗਵੰਤ ਮਾਨ ਹੁਣੇ ਵੀ ਨਵੇਂ ਨੇ। ਤੁਹਾਨੂੰ ਦੁੱਖ ਹੈ ਇਸ ਗੱਲ ਦਾ ਕਿ ਤੁਹਾਡੇ ਪਰਿਵਾਰ ਨੇ, ਤੁਸੀਂ ਪਾਰਟੀ ਨੂੰ ਇੰਨਾ ਕੁਝ ਦਿੱਤਾ, ਜਦੋਂ ਮੌਕਾ ਸੀ ਇਸੇ ਉਮਰ ਦੇ ਅੰਦਰ ਤੁਹਾਡੇ ਤੋਂ ਛੋਟੀ ਉਮਰ ਦਾ ਇੱਕ ਪ੍ਰਧਾਨ, ਤੁਹਾਨੂੰ ਇਸ ਗੱਲ ਦਾ ਪਰਸਨਲੀ ਦੁੱਖ ਹੈ? ਦੇਖੋ, ਇੱਕ ਗੱਲ ਮੈਂ ਤੁਹਾਨੂੰ, ਕਿਉਂਕਿ ਤੁਸੀਂ ਕਿਹਾ, ਮੈਂ ਕਿਹਾ ਪਾਰਟੀ ਨੂੰ ਕਿ ਮੈਨੂੰ ਕਿਉਂ ਨਹੀਂ ਮੌਕਾ ਦਿੱਤਾ ਗਿਆ। ਅਸੀਂ ਤਾਂ ਰਾਜਾ ਤੇ ਮੈਂ ਨਹੀਂ, ਤੁਹਾਨੂੰ ਅੱਜ ਦੇ ਨਹੀਂ, ਅਸੀਂ ਤਾਂ ਯੂਥ ਦੀਆਂ ਇਲੈਕਸ਼ਨਾਂ ਵੇਲੇ ਲੜਦੇ ਆ ਰਹੇ ਹਾਂ।
ਅਸੀਂ ਦੋਨੋਂ ਯੂਥ ਦੀਆਂ ਇਲੈਕਸ਼ਨ ਯੂਥ ਕਾਂਗਰਸ ਪਹਿਲੀ ਵਾਰ 2008 ਨਹੀਂ, ਮੈਂ ਇਹੀ ਕਹਿ ਰਿਹਾਗਾ ਤੁਸੀਂ ਵੀ ਪੁਰਾਣੇ ਪਲੇਅਰ ਹੋ, ਤੁਹਾਡੀ ਪਾਰਟੀ ਬਣਿਆ ਸੀ, ਇਹ ਵਾਈਸ ਪ੍ਰੈਜ਼ੀਡੈਂਟ ਲੈਗੇਸੀ। ਮੈਂ ਇਹੀ ਕਹਿ ਰਿਹਾ, ਤੁਹਾਨੂੰ ਦੁੱਖ ਹੈ ਇਸ ਗੱਲ ਦਾ ਕਿ ਜੇ ਮੌਕਾ ਹੁੰਦਾ ਸ਼ਾਇਦ ਤੁਸੀਂ ਜ਼ਿਆਦਾ ਵਧੀਆ ਭੂਮਿਕਾ ਨਿਭਾਉਂਦੇ? ਨਹੀਂ, ਇਹ ਤਾਂ ਪ੍ਰਮਾਤਮਾ ਕਰੇ ਕੱਲ ਨੂੰ ਫੇਰ ਸਮਾਂ ਆ ਜਾਊਗਾ। ਇਹ ਤਾਂ ਇਹ ਕੋਈ ਇਹ ਕਿਹੜਾ ਕੁੰਭ ਦਾ ਮੇਲਾ, ਇਹ ਕੋਈ ਹਿੰਮਤ ਹਾਰਨ ਵਾਲੀ ਗੱਲ ਥੋੜੀ ਹੁੰਦੀ ਹੈ। ਨਹੀਂ, ਤੁਸੀਂ ਪਾਰਟੀ ਨੂੰ ਇੰਨਾ ਦਿੰਦੇ ਹੋ, ਬੰਦੇ ਨੂੰ ਹੁੰਦਾ ਨਾ ਮੋੜਵਾ ਪਾਰਟੀ ਵੀ ਦੇਵੇ ਯਾਰ, ਅਸੀਂ ਇੰਨਾ ਕੁਝ ਦਿੱਤਾ ਪਾਰਟੀ ਨੂੰ। ਜਿੱਥੇ ਤੱਕ ਪ੍ਰਧਾਨਗੀ ਵਾਲੀ ਗੱਲ ਆ ਉਹ ਇੱਕ ਅਲੱਗ ਵਿਸ਼ਾ ਹੈ। ਜਿੱਥੇ ਤੱਕ ਪਾਰਟੀ ਵਾਲੀ ਗੱਲ ਆ, ਪਾਰਟੀ ਨੇ ਤਾਂ ਇੰਨਾ ਕੁਛ, ਰਾਹੁਲ ਗਾਂਧੀ ਜੀ ਦੀ ਗੱਲ ਕਰੀਏ, ਜੇ 3 ਵਾਰ ਮੈਂਬਰ ਪਾਰਲੀਮੈਂਟ ਬਣਾਤਾ, ਮੈਨੂੰ ਉੱਥੇ ਓਪੋਜੀਸ਼ਨ ਲੀਡਰ ਦੀ ਕੁਰਸੀ, ਜਿਹੜੀ ਕਿ ਮੈਂ ਸਮਝਦਾ ਸੋਨੀਆ ਗਾਂਧੀ ਜੀ ਦੇ ਨਾਲ ਬਹਿੰਦਾ ਹੈ, ਉਦੋਂ ਉੱਤੇ ਮੇਰੇ ਲਈ ਤਾਂ ਕੱਖ ਨਾ ਮਿਲੇ ਤਾਂ ਵੀ ਉਸ ਕੁਰਸੀ ਤੇ ਮੈਨੂੰ 2 ਪਾਰਲੀਮੈਂਟ ਉਹ 'ਚ ਸੈਸ਼ਨਾਂ 'ਚ ਮੈਨੂੰ ਮੌਕਾ ਮਿਲਿਆ। ਮੈਂ ਤਾਂ ਆਪਣੇ ਆਪ ਨੂੰ ਐਡਾ ਖੁਸ਼ਕਿਸਮਤ ਸਮਝਦਾ ਵੀ ਉਸ ਕੁਰਸੀ 'ਤੇ ਜਿੱਥੇ ਅਡਵਾਨੀ ਸਾਹਿਬ ਬਹਿੰਦੇ ਸੀ, ਜਿੱਥੇ ਬੜੇ ਬੜੇ ਹੋਰ ਸਾਡੇ ਸ਼ਰਦ ਪਵਾਰ ਹੋਣੀ ਬੈਠੇ ਆ, ਬੜੇ ਬੜੇ ਲੀਡਰ। ਇਹ ਜੇ ਮੈਂ ਗੱਲ ਕਰਾਂ 97 'ਚ ਜਦੋਂ ਇਲੈਕਸ਼ਨ ਇਹ ਹੋਈ ਆ, ਜਦੋਂ ਨਰਸਿਮਹਾ ਰਾਓ ਜੀ ਦੀ ਸਰਕਾਰ ਹਟੀ ਆ, ਉਦੋਂ ਬਾਅਦ ਇਹ ਸੀਗੇ ਪਵਾਰ ਸਾਹਿਬ ਸੀਗੇ ਓਪੋਜੀਸ਼ਨ ਲੀਡਰ, ਕਾਂਗਰਸ ਪਾਰਟੀ ਸੀਗੇ, ਉਸ ਕੁਰਸੀ 'ਤੇ ਮੈਨੂੰ ਬੈਠਣ ਦਾ ਮੌਕਾ ਮਿਲਿਆ। ਬਾਕੀ ਜਿਹੜੀ ਗੱਲ ਆ ਅੱਜ ਹੀ ਤਾਂ ਹੁਣੀ ਰਾਜਾ ਵੜਿੰਗ ਸਾਹਿਬ ਦਾ ਪ੍ਰਧਾਨ ਜੀ ਦਾ ਫੋਨ ਆਇਆ ਸੀ ਵੀ ਬਹਿ ਕੇ ਸਲਾਹ ਮਸ਼ਵਰਾ ਕਰਨਾ ਹੈ। ਮੈਂ ਇਸ ਕਰਕੇ ਪੁੱਛ ਰਿਹਾ, ਤੁਸੀਂ ਨਾ ਗਏ ਪਾਰਟੀ ਦਾ ਜਦੋਂ ਫੰਕਸ਼ਨ, ਜਦੋਂ ਰਾਜੇ ਨੇ ਸਹੁੰ ਚੁੱਕਿਆ, ਉਦੋਂ ਵੀ ਨਹੀਂ ਸੀ ਤੁਸੀਂ? ਨਹੀਂ, ਉਦੋਂ ਨਹੀਂ ਮੈਂ ਕਿਹਾ, ਇਹ 'ਚ ਕੋਈ ਸ਼ੱਕ ਨਹੀਂ ਗਿਆ। ਤੁਸੀਂ ਬਹੁਤ ਸਾਰੇ ਮੌਕਿਆਂ ਤੇ ਨਹੀਂ ਦਿੱਤੇ ਗਏ। ਮੈਨੂੰ ਕਿਸੇ ਨੇ ਦੱਸਿਆ ਕਿ ਬਿੱਟੂ ਜੀ ਨੂੰ, ਮੈਂ ਇਸੇ ਕਰਕੇ ਆਇਆ ਤੁਹਾਡੇ ਕੋਲੇ ਵੀ ਕਸਰ ਰਹਿ ਨਾ ਜਾਵੇ। ਨਹੀਂ, ਬਿੱਟੂ ਜੀ ਨੂੰ ਦੁੱਖ ਹੋਇਆ ਇਸ ਗੱਲ ਦਾ ਕਿ ਯਾਰ ਸਾਨੂੰ ਮਤਲਬ ਹਨਾ ਨਹੀਂ ਤੁਹਾਡਾ ਹਨਾ, ਤੁਸੀਂ ਨਹੀਂ ਗਏ ਉਹਨਾਂ ਥਾਵਾਂ ਤੇ, ਤੁਸੀਂ ਦੂਰੀ ਬਣਾ ਕੇ ਰੱਖੀ। ਇਹ 'ਚ ਕੋਈ ਮਤਲਬ ਨਿੱਜੀ ਗੱਲ ਨਹੀਂ ਗੀ, ਕੋਈ ਦੁੱਖ ਵਾਲੀ ਗੱਲ ਵੀ ਨਹੀਂ, ਕਿਉਂਕਿ ਇਹ ਕਿਹੜਾ ਖਤਮ ਹੋ ਗਿਆ ਖੇਡ, ਇਹ ਤਾਂ ਚੱਲੀ ਜਾਣੀ ਆ। ਜਦੋਂ ਪਾਰਟੀ ਦੇ ਰਾਈਟ ਟਾਈਮ ਤੇ ਰਾਈਟ ਡਿਸੀਜਨ ਨਾ ਹੋਵੇ ਤੇ ਬੰਦਾ ਇੱਕ ਸਦੀ ਪਿੱਛੇ ਚਲਾ ਜਾਂਦਾ। ਨਹੀਂ, ਆ ਪ੍ਰਤਾਪ ਬਾਜਵਾ ਮੁੜ ਕੇ ਆ ਗਏ ਨਾ, ਜਦੀ ਬਹਿ ਗਏ ਕੁਰਸੀ ਤੇ ਆ ਕੇ। ਹੁਣ ਪਰ ਕਹਿੰਦੇ ਬਾਜਵਾ ਵਰਸਸ ਇਹ ਤੁਹਾਡੀ ਪਾਰਟੀ ਦੇ ਲੀਡਰ ਦੱਸਦੇ ਆ, ਜਿਹੜੇ ਤੁਹਾਡੀਆਂ ਮੀਟਿੰਗਾਂ ਹੁੰਦੀਆਂ, ਸਾਡੇ ਕੋਲ ਵੀ ਸੋਰਸ ਹੁੰਦੇ ਨੇ, ਸਾਨੂੰ ਗੱਲਾਂ ਦੱਸਦੇ ਨੇ ਉਹ। ਨਾ ਤੁਹਾਨੂੰ ਤਾਂ ਪਹਿਲਾਂ ਦੱਸਦੇ ਆ। ਹਾਂ, ਉਹ ਆਫ ਦੀ ਰਿਕਾਰਡ ਦੱਸਦੇ ਆ ਕਿ ਰਾਜਾ ਵੜਿੰਗ ਵਰਸਸ ਪ੍ਰਤਾਪ ਬਾਜਵਾ ਪੂਰੀ ਹੋ ਚੁੱਕਿਆ ਹੈ। ਖਿੱਚੋ ਤਾਣ ਆ ਗਈ। ਰੱਬ ਨਾ ਕਰੇ ਨਾ ਹੋਵੇ। ਉਹ ਤਾਂ ਆਪਣਾ ਪਹਿਲਾਂ ਹੀ ਭਗਵੰਤ ਮਾਨ ਸਾਹਿਬ ਬੜਾ ਕੁਛ ਉਹਨਾਂ ਤੇ ਹਮਲਾ ਕਰ ਚੁੱਕੇ ਆ, ਬੜਾ ਉਹਨਾਂ ਦੇ ਗਰਮ ਰਹਿੰਦੇ ਆ। ਪਰ ਨਹੀਂ, ਬਾਜਵਾ ਸਾਹਿਬ ਅਲੱਗ ਲੀਗ ਦੇ ਪਲੇਅਰ ਨੇ, ਉਹ ਮਤਲਬ ਬਹੁਤ। ਬਾਜਵਾ ਸਾਹਿਬ ਫਿਰ ਸੀਨੀਅਰ ਤਾਂ ਹੈਗੇ ਨੇ ਨਾ, ਉਹ ਮਾਣ ਸਤਿਕਾਰ ਭਾਲਦੇ ਆ, ਜਿਹੜਾ ਕਹਿੰਦੇ ਉਹ ਨਹੀਂ, ਜਿਹੜਾ ਤੁਸੀਂ ਕਹਿੰਦੇ ਥੋੜੀ ਟ੍ਰੇਨਿੰਗ 'ਚ ਬੰਦੇ ਨੇ ਉਹਨਾਂ ਵੱਲੋਂ ਨਹੀਂ ਮਿਲ ਰਿਹਾ ਹੈਗਾ। ਉਹਨਾਂ ਨੂੰ ਪਤਾ ਨਹੀਂ ਕਿਹੜੇ ਕੋਚ ਟ੍ਰੇਨ ਕਰ ਰਹੇ ਨੇ। ਇਹ ਟ੍ਰੇਨਿੰਗ ਜ਼ਰੂਰ ਮੈਂ ਟ੍ਰੇਨਿੰਗ ਇਹ ਦੇ ਦਿੰਦਾ ਵੀ ਉਹ ਮਾਨ ਸਨਮਾਨ ਬਾਜਵਾ ਸਾਹਿਬ ਦਾ ਕਰਿਆ ਕਰਨ। ਇੰਨਾ ਕੁ ਮੈਂ ਤੁਹਾਨੂੰ ਭਰੋਸਾ ਦਵਾ ਦਿੰਦਾ ਵੀ ਇੰਨਾ ਕੁ ਜ਼ਰੂਰ ਪ੍ਰਧਾਨ ਜੀ ਮੰਨ ਲੈਣਗੇ ਵੀ ਇਸ ਗੱਲ 'ਚ ਜੇ ਕੋਈ ਕਮੀ ਆ ਤੇ ਭਾਈ ਉਹਨੂੰ ਸੁਧਾਰ ਕਰੋ। ਕਿਉਂਕਿ ਦੇਖੋ, ਇੱਕ ਟਾਇਰ ਨਾਲ ਤਾਂ ਗੱਡੀ ਚੱਲਣੀ ਨਹੀਂ, ਟਾਇਰ ਤਾਂ ਸਾਰੇ ਹੀ ਚਾਹੀਦੇ ਆ। ਤੇ ਇਸ ਕਰਕੇ ਚੰਗਾ ਹੋਊਗਾ। ਫਿਰ ਆਪਾਂ ਪੁਰਾਣੇ ਗੱਲਾਂ ਤੋਂ ਸਿੱਖਿਆ ਕੀ ਆ, ਇਹੀ ਕੁਛ ਕਰਕੇ ਤਾਂ ਆਪਾਂ ਅੱਜ ਵਿਹਲੇ ਹੋਏ ਬੈਠੇ ਆ। ਨਹੀਂ, ਕੋਈ 4 ਮਹੀਨੇ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨਹੀਂ ਲਏ ਸੀ ਹਜੇ, ਇਹ ਜਿੰਨੇ ਅੱਜ ਮੰਤਰੀ ਬਣੇ ਆ, ਜਿੰਨੇ ਅੱਜ MLA ਬਣੇ ਆ, ਸਾਰੇ ਸਾਡੇ ਕੋਲ ਕਾਂਗਰਸ ਪਾਰਟੀ ਜੁਆਇਨ ਕਰਨ ਨੂੰ ਆਉਂਦੇ ਸੀ। ਨਾ ਹੁਣ ਕਿਹੋ ਫਿਰ ਚੰਗਾ ਨਹੀਂ ਲੱਗਦਾ। ਅੱਜ ਉਹ ਮੰਤਰੀ ਦੀਆਂ ਕੁਰਸੀਆਂ ਤੇ ਬੈਠੇ ਆ। ਕਈ ਲੇਟ ਇਸੇ ਕਰਕੇ ਹੋ ਗਏ, ਦੂਜੀ ਵਾਰੀ ਚਾਹੇ ਉਹ 'ਚ ਵੀ ਸਲਿੱਪ ਕਰ ਗਏ, ਕਈ ਦੂਜੀ 'ਚ ਵੀ ਨਹੀਂ ਆ ਸਕੇ। ਇਹ ਤਾਂ 4 ਮਹੀਨੇ 'ਚ ਇਹ ਸਾਰੇ ਹੀ ਖੁਦੋਂ ਅਸੀਂ ਉਹ ਸ਼ਾਟ ਪੁੱਠੇ ਸਿੱਧੇ ਮਾਰ ਕੇ ਅਸੀਂ ਦੇੜਤੀ, ਇਹ 'ਚ ਕੋਈ ਸ਼ੱਕ ਨਹੀਂ। ਤੇ ਬਾਕੀ ਤੁਸੀਂ ਜਿਉਂਦੇ ਰਹੋ। ਇਹ ਕੈਮਰਿਆਂ ਮੂਹਰੇ ਉਹ ਜਦੋਂ ਸਾਡਾ ਜੀਭ 'ਚੋਂ ਮਤਲਬ ਜਲੂਸ ਕੱਢਿਆ, ਅਸੀਂ ਰਹੇ ਰੱਬ ਦਾ ਨਾਂ। ਹੁਣ ਸਾਨੂੰ ਥੋੜੀ ਫਿਰ ਜੋ ਤੁਹਾਨੂੰ ਤੁਹਾਡੀ ਪਾਰਟੀ ਦੀ ਇਨਫੋਰਮੇਸ਼ਨ ਰਹਿੰਦੀ ਹੈ, ਤੁਸੀਂ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਦਾ ਸਮਝੌਤਾ ਕਿਉਂ ਨਹੀਂ ਕਰਾਉਂਦੇ? ਇਹਦਾ ਤਾਂ ਅਸੀਂ ਨਹੀਂ ਰੋਕਿਆ ਤੁਹਾਨੂੰ। ਨਹੀਂ, ਜਿਹੜੀ ਤੁਸੀਂ ਕਹਿ ਰਹੇ ਹੋ ਨਾ ਟ੍ਰੇਨਿੰਗ ਚੱਲ ਰਹੀ, ਆਹੀ ਟ੍ਰੇਨਿੰਗਾਂ ਚੱਲ ਰਹੀਆਂ ਵੀ ਆਪਾਂ ਯਾਦਵਿੰਦਰ ਹੋਣਾ ਤੋਂ ਕਿਵੇਂ ਬਚਣਾ। ਪਹਿਲੀ ਟ੍ਰੇਨਿੰਗ ਦਾ ਪਾਰਟ ਇਹ ਆ। ਮੈਂ ਇਹ ਪੁੱਛ ਰਿਹਾ ਕਿ ਜੋ ਤੁਹਾਨੂੰ ਪਤਾ ਤੁਹਾਡੀ ਪਾਰਟੀ ਦਾ ਤੁਹਾਨੂੰ ਇੰਨਾ ਫਿਕਰ ਹੈਗਾ, ਤੁਹਾਨੂੰ ਲੱਗਦਾ ਹੈਗਾ ਕਿਤੇ ਨਾ ਕਿਤੇ ਗੜਬੜਾਂ ਹੋ ਰਹੀਆਂ ਟ੍ਰੇਨਿੰਗ ਪੀਰੀਅਡ 'ਚ, ਤੁਸੀਂ ਕਿਉਂ ਨਹੀਂ ਸਮਝੌਤਾ ਕਰਾਉਂਦੇ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਦਾ?
ਤੁਸੀਂ ਕਿਉਂ ਨਹੀਂ ਕਹਿੰਦੇ ਵੀ ਚਲੋ ਜਾ ਕੇ ਰਾਜੇ ਚਲੋ ਪੈਰੀ ਹੱਥ ਲਾਈਏ ਪ੍ਰਤਾਪ ਬਾਜਵਾ ਜੀ ਦੇ? ਪੋਲੀਟੀਕਲ ਪੈਰੀ ਹੱਥ ਨਹੀਂ, ਸਿੰਬੋਲਿਕ ਜਿਹੜੇ ਫੋਟੋਆਂ ਖਿਚਾਉਣ ਲਈ ਲਾਉਂਦੇ ਆ, ਬਾਕੀ ਦਿਲੋਂ। ਨਹੀਂ ਦੇਖੋ, ਜੇ ਇਹ ਗੱਲ ਹੈਗੀ ਹੈ ਤਾਂ ਕਰਨੀ ਪਊ, ਨਹੀਂ ਬਹੁਤ ਸਾਨੂੰ ਮਹਿੰਗੀ ਪੈ ਗਈ। ਇਹ ਗੱਲ ਜ਼ਰੂਰ ਫਿਕਰ ਵਾਲੀ ਹੈ। ਜੇ ਇਹ ਗੱਲ ਆ ਤਾਂ ਇਹ ਗੱਲ ਬਿਲਕੁਲ ਹੋਣੀ ਨਹੀਂ ਚਾਹੀਦੀ। ਇਹ ਰਾਜ ਭਾਗ ਤਾਂ ਕਿਸਮਤਾਂ ਦੇ ਹੱਥ, ਜਿਹਦੇ ਮੱਥੇ ਤੇ ਲਿਖਿਆ। ਕਿਸੇ ਨੂੰ ਪਤਾ ਸੀ ਵੀ ਚਰਨਜੀਤ ਚੰਨੀ ਨੇ ਮੁੱਖ ਮੰਤਰੀ ਬਣਨਾ? ਬੜੇ ਬੜੇ ਸਮਾਂ ਖਾਣ ਲੱਗੇ ਰਹੇ, ਗੱਡੀਆਂ ਕਈ ਭੱਜੀ ਗਈਆਂ, ਬਣ ਕੇ ਨਿਕਲ ਕੇ ਚਰਨਜੀਤ ਚੰਨੀ ਗਏ। ਇਸ ਕਰਕੇ ਬਿਲਕੁਲ ਸੱਤਾ ਦੇ ਪਿੱਛੇ ਨਹੀਂ ਲੜਨਾ ਚਾਹੀਦਾ। ਜਿਹੜੀ ਚੀਜ਼ ਮਿਲਣੀ ਆ, ਮਿਹਨਤ ਕਰੋ, ਉਹ ਮਿਲੀ ਜਾਣੀ ਆ। ਇਸ ਕਰਕੇ ਬੜਾ ਸਮਾਂ ਪਿਆ, ਹਜੇ 4.5 ਸਾਲ ਤੋਂ ਵੱਧ ਸਮਾਂ ਪਿਆ ਹਜੇ। ਇਸ ਕਰਕੇ ਬੜੇ ਅੱਜ ਹਾਲਾਤ ਨੇ ਪੰਜਾਬ ਦੇ ਬਹੁਤ ਹੋਰ ਤਰ੍ਹਾਂ ਦੇ ਆ। ਅਸੀਂ ਅੱਜ ਸਾਡੇ ਕੋਲ, ਮੈਂ ਸਮਝਦਾ ਅੱਜ ਦਾ ਸਮਾਂ ਇਹ ਨਹੀਂਗਾ ਵੀ ਅਸੀਂ ਆਪਸ ਵਿੱਚ ਲੜਾਈਆਂ ਤਾਂ ਕੁਰਸੀ ਦੀਆਂ ਹੁੰਦੀਆਂ ਨੇ ਨਾ। ਜਿਹੜੀ ਭਵਿੱਖ ਦੀ ਕੁਰਸੀ ਹੈ, ਮੰਨ ਲਓ 2027 ਚ ਜਿਹੜੀ ਕੁਰਸੀ ਦੀ ਲੜਾਈ ਹੈ ਕਿ ਯਾਦਵਿੰਦਰ ਬਈ ਕੱਲ ਨੂੰ ਕੌਣ ਚੀਫ ਮਿਨਿਸਟਰ ਹੋ ਸਕਦਾ ਪੰਜਾਬ ਦਾ? ਰਮਨੀਤ ਬਿੱਟੂ ਨੂੰ ਵੀ ਲੱਗਦਾ ਹੋਊ, ਹਰ ਬੰਦਾ ਦੇਖਦਾ ਹੀ ਆ ਨਾ। ਰਾਜੇ ਵੜਿੰਗ ਨੂੰ ਵੀ ਲੱਗਦਾ ਹੋਊ, ਪ੍ਰਤਾਪ ਬਾਜਵਾ ਨੂੰ ਵੀ ਲੱਗਦਾ ਹੋਊ। ਉਹ 'ਚ ਕੋਈ ਕਮੀ ਨਹੀਂ। ਉਹ 'ਚ ਤਾਂ ਉਹਦੀਆਂ ਪਲੈਨਿੰਗਾਂ 'ਚ ਹੀ ਬੰਦਾ ਇੱਕ ਦੂਜੇ ਨੂੰ ਇਹ ਕਰਦਾ ਨਾ ਕਿ ਯਾਰ ਇਹ ਕਿੱਧਰ ਚੱਲੇਗਾ, ਇਹਦੀ ਲੱਤ ਫੜ ਕੇ ਖਿੱਚ ਲਓ। ਰਾਜਵਿੰਦਰ, ਇਹ ਸਮਾਂ ਮੈਂ ਨਾ 80 ਚਾਹੇ ਤੁਸੀਂ ਕਹੋਗੇ ਗੱਲ ਕਰਦਾ ਸੀ, ਛੋਟੇ ਸੀ। ਆ 32 ਨੰਬਰ ਕੋਠੀ ਸਾਡੇ ਕੋਲ ਹੁੰਦੀ ਸੀ। ਦਰਬਾਰਾ ਸਿੰਘ ਜੀ ਚੀਫ ਮਿਨਿਸਟਰ ਸੀ, ਇੱਕ ਪਾਸੇ ਨਾਭਾ ਸਾਹਿਬ, ਅੱਜ ਰਣਦੀਪ ਨਾਭਾ ਜੀ ਇਹਨਾਂ ਦੇ ਫਾਦਰ ਨਾਲ ਦੀ ਕੋਠੀ 'ਚ ਇਹ ਮਿਨਿਸਟਰ ਸੀ। ਮਤਲਬ ਦਿੱਗਜ ਹੁੰਦੇ ਸੀ ਸਾਰੇ ਹੀ, ਕੱਦ ਕਾਠ ਦੇ ਊਂ ਵੀ ਲੰਬੇ ਚੌੜੇ ਤੇ ਪੋਲੀਟੀਕਲ ਵੀ। ਮੈਂ ਤੁਹਾਨੂੰ ਇੱਕ ਗੱਲ ਕਹਿ ਕੇ ਇਹ ਗੱਲ ਮੁਕਾਵਾਂਗੇ, ਮਤਲਬ ਹੁੰਦਾ ਕਿਵੇਂ ਆ। ਦਰਬਾਰਾ ਸਿੰਘ ਤੇ ਸਰਦਾਰ ਬੇਅੰਤ ਸਿੰਘ ਜੀ ਦਾ ਗਰੁੱਪ ਬਣ ਗਿਆ। ਉਰੇ ਬਰਾਬਰ 22 ਨਾ 23 MLA ਚਲੇ ਗਏ। ਇੰਦਰਾ ਗਾਂਧੀ ਜੀ ਦੇ ਕੋਲ ਚਲੇ ਗਏ। ਲੀਡਰਸ਼ਿਪ ਤੇ ਵੀ ਗੱਲਾਂ ਛੱਡਣੀਆਂ ਚਾਹੀਦੀਆਂ। ਇੱਥੇ ਆਪ ਐਵੇਂ ਕਾਹਦੇ ਲਈ ਬੈਸਣਾ। ਇੰਦਰਾ ਗਾਂਧੀ ਜੀ ਡਰਾਇੰਗ ਰੂਮ 'ਚ ਗਰਾਊਂਡ 'ਚ ਲਾਉਣ 'ਚ ਬਹਿ ਗਏ ਸਾਰੇ ਥੱਲੇ। 23 ਇੱਧਰ ਬਹਿ ਗਏ, 23 ਇੱਧਰ ਬਹਿ ਗਏ। ਇੱਕ MLA ਉਦੋਂ ਵੀਰਪਾਲ ਸਿੰਘ ਸੀਗੇ, ਉਹ ਬਹਿਣ ਨਾ, ਉਹ ਇੱਧਰ ਦੇਖਣ, ਇੱਧਰ ਫਿਰ ਵੀ ਜਿੱਧਰ ਇੰਦਰਾ ਗਾਂਧੀ ਜੀ ਦੀ ਅੱਖ ਹੋਊਗੀ ਉੱਧਰ ਹੀ ਜਾ ਕੇ ਬਹਿ ਜਾਾਂਗੇ। ਇਹ ਲੀਡਰਸ਼ਿਪ ਦੀ ਗੱਲ ਹੁੰਦੀ ਸੀ। ਉਦੋਂ ਬਾਅਦ ਤਾਂ ਸਾਰਿਆਂ ਨੇ ਇਕੱਠੇ, ਇੰਦਰਾ ਗਾਂਧੀ ਜੀ ਨੇ ਆ ਕੇ ਦਰਬਾਰਾ ਸਿੰਘ ਵੱਲ ਬਤਾਈਏ। ਦਰਬਾਰਾ ਸਿੰਘ ਜੀ ਜਦੀ 24ਵਾਂ ਜਿਹੜਾ ਦਰਬਾਰਾ ਸਿੰਘ ਵਾਲੀ ਝੋਲੀ 'ਚ ਬਹਿ ਕੇ, ਉਹਨਾਂ ਨੇ ਦੇਖਿਆ ਨਹੀਂ ਸਰਦਾਰ ਬੇਅੰਤ ਸਿੰਘ ਜੀ ਵੱਲ, ਉਹਨਾਂ ਨੂੰ ਹਜੇ ਬਣਾਇਆ ਸੀ। ਅਤੇ ਬਾਕੀ ਵੀ ਖਿੱਸ ਕੇ 23 ਨਾਲ ਹੋ ਗਏ। ਸਰਕਾਰ 'ਚ ਵਧੀਆ ਚੱਲੀ। ਮਤਲਬ ਜਿਹੜਾ ਲੀਡਰਸ਼ਿਪ ਨੇ ਫੈਸਲਾ ਕਰਤਾ, ਆਪਾਂ ਉੱਥੇ ਜਾ ਕੇ ਜੋ ਮਰਜ਼ੀ ਬੰਦ ਕਮਰਿਆਂ 'ਚ ਕਰੀ ਜਾਈਏ, ਲੜੀ ਜਾਈਏ, ਮੈਂ ਰਾਜੇ ਦੇ ਉਲਟ ਕੁਛ ਬੋਲੀ ਜਾਵਾਂ। ਰਾਜਾ ਇੱਥੇ ਮੈਂ ਸਮਝਦਾ ਜਿਹੜਾ ਇਹ ਸਾਨੂੰ ਬਾਹਰ ਜੇ ਅਸੀਂ ਲੜਦੇ ਰਹਾਂਗੇ ਤਾਂ ਫਿਰ ਇਹੋ ਜਿਹੇ ਦਿੱਲੀ ਵਾਲੇ, ਜਿਹਨੂੰ ਕਹਿੰਦੇ ਹੋ ਦਿੱਲੀ ਵਾਲੇ, ਉਹ ਸਰਕਾਰਾਂ ਬਣਾਉਣਗੇ। ਸਾਨੂੰ ਇਹ ਗੱਲ ਤਾਂ ਦੇਖੋ, ਹੁਣ ਅਸੀਂ ਉਦੈਪੁਰ ਸਾਡਾ ਸੈਸ਼ਨ ਸੀ, 3 ਦਿਨ ਉੱਥੇ ਲੱਗਿਆ। ਸਭ ਤੋਂ ਵੱਧ ਜੇ ਉੱਥੇ 7 ਕਮੇਟੀਆਂ ਬਣੀਆਂ ਅਲੱਗ-ਅਲੱਗ, ਕੋਈ ਫਾਰਮਰਸ ਦੀ, ਕੋਈ ਯੂਥ ਦੀ, ਕੋਈ ਕਿਸੇ ਦੀ। ਮੈਂ ਤੇ ਰਾਜਾ ਵੀ ਇੱਕ ਕਮੇਟੀ 'ਚ ਸੀਗੇ। ਤੇ ਅਸੀਂ ਸਭ ਤੋਂ ਵੱਧ ਆਹੀ ਗੱਲ ਆਈ ਵੀ ਜੀ ਜਿਹੜਾ ਕੰਮ ਖਰਾਬ ਹੋ ਰਿਹਾ, ਜਿਹੜੇ ਬਿਆਨਬਾਜ਼ੀ ਚੱਲਦੀ ਆ ਆਪਸ ਵਿੱਚ, ਉਹ ਬੜਾ ਨੁਕਸਾਨ ਦੇ ਰਹੀ ਆ। ਲੋਕ ਬੜੇ ਪਰੇਸ਼ਾਨ ਹੁੰਦੇ ਆ, ਵਰਕਰ ਬੜੇ ਪਰੇਸ਼ਾਨ ਹੁੰਦੇ ਆ ਵੀ ਕਿਉਂ, ਅਸੀਂ ਤਾਂ ਇਕੱਠਿਆਂ ਥੱਲੇ, ਇਹਨਾਂ ਨੂੰ ਕੀ ਪ੍ਰੋਬਲਮ, ਵੋਟ ਅਸੀਂ ਪਾਉਣੀ ਹੈ, ਬਣਾਉਣੇ ਅਸੀਂ ਆ, ਮਿਹਨਤ ਅਸੀਂ ਕਰਦੇ। ਇਸ ਕਰਕੇ ਇਹ ਗੱਲ ਜਿੰਨਾ ਮਰਜ਼ੀ, ਜਿਵੇਂ ਤੁਸੀਂ ਕਹਿੰਦੇ ਹੋ ਵੀ ਮੁੱਖ ਮੰਤਰੀ ਉਹਨੇ ਵੀ ਬਣਨਾ, ਉਹਨੇ ਵੀ ਸਾਰਾ ਸੁਪਨੇ ਦੇਖਦੇ ਨੇ, ਪਰ ਇਹ ਗੱਲ ਆਪਾਂ ਬਾਹਰ ਕਰਕੇ ਸਾਨੂੰ ਮਿਲਿਆ ਕੀ, ਉਹ ਤਾਂ ਨਮੂਨਾ ਸਾਡੇ ਮੂਹਰੇ ਆ ਗਿਆ ਨਾ। ਐਂ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣਨ ਪਿੱਛੇ ਫਿਰਦਾ ਸੀ, ਐਂ ਬਣ ਸਕੇ, ਅੱਜ ਜੇਲ੍ਹ 'ਚ ਜਾਣਾ ਪੈ ਗਿਆ। ਅੱਜ ਜੇਲ੍ਹ 'ਚ ਵੀ ਪੰਗਾ ਪੈ ਗਿਆ, ਕੋਈ ਹੁਣੀ ਮੈਂ ਸੁਣ ਰਿਹਾ ਸੀ ਵੀ ਉੱਥੇ ਹੀ ਵੀ ਗੜਬੜ ਹੋ ਗਈ, ਅਲੱਗ-ਅਲੱਗ ਬਦਲ। ਇਸ ਕਰਕੇ ਇਹ ਚੀਜ਼ਾਂ ਇਹ ਜਿਹੜੀਆਂ, ਜਿਵੇਂ ਮੈਂ ਤੁਹਾਨੂੰ ਕਿ ਹਾਈ ਕਮਾਂਡ ਕੋਲ ਚਲੇ ਗਏ, 23 ਬਹਿ, ਜਿੱਦਣ ਉਹਨਾਂ ਨੇ ਫੈਸਲਾ ਕੀਤਾ ਹੋ ਗਿਆ। ਉਰੇ ਮਾਈਕਾਂ 'ਤੇ ਬੋਲ ਜਾਂ ਆਪਣੇ ਇਹ ਗੱਲ ਕਹਿ ਕੇ ਜੀ ਮੈਂ ਚੰਗਾ ਸੀ, ਇਹ ਤਾਂ ਉਹਨੇ ਮਾੜਾ ਕੀਤਾ ਸੀ, ਇਹ ਗੱਲ ਛੱਡ ਦੇਣੀ ਚਾਹੀਦੀ ਹੈ। ਮੈਂ ਕੋਈ ਬਜ਼ੁਰਗ ਨਹੀਂ ਗਾ, ਬਾਬਾ ਨਹੀਂ ਗਾ, ਪਰ ਹੁਣ ਬਥੇਰਾ ਚਿਰ ਹੋ ਗਿਆ। ਕਹਿੰਦੇ ਇਹ ਵੀ ਕਿਹਾ ਗਿਆ ਕਿ ਬਿੱਟੂ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਕਿ ਬਿੱਟੂ ਨੂੰ ਬੋਲਣੋਂ, ਜਦੋਂ ਰਾਜਾ ਪ੍ਰਧਾਨ ਬਣਦੇ ਆ, ਕਿ ਬਿੱਟੂ ਨੂੰ ਕਿਹਾ ਗਿਆ ਕਿ ਇਹ ਤੁਸੀਂ ਬਿਆਨ ਨਾ ਦਿਓ ਕੋਈ, ਬਸ। ਇਹ ਸੱਚਾ? ਤੁਹਾਡੀ ਕੋਈ ਇਹੋ ਜਿਹੀ ਸ਼ਿਕਾਇਤ ਪੰਜਾਬ ਤੋਂ ਕੀਤੀ ਗਈ? ਤੁਹਾਨੂੰ ਕਿਸੇ ਲੀਡਰਸ਼ਿਪ ਨੇ ਕਿਹਾ ਕਿ ਬਿੱਟੂ ਜੀ ਨਹੀਂ ਬੋਲਣਾ? ਨਹੀਂ, ਦੇਖੋ ਗੱਲ ਇਹ ਹੁੰਦੀ ਆ ਵੀ ਅਗਲੇ ਨੂੰ ਇਹ ਵਿਸ਼ਵਾਸ ਆ ਵੀ ਇਹ ਨਹੀਂ ਬੋਲੂਗਾ। ਲੀਡਰਸ਼ਿਪ ਦੀ
ਲੀਡਰਸ਼ਿਪ ਨੇ ਜਦੋਂ ਫੈਸਲਾ ਕਰਤਾ ਵੀ ਇੱਕ ਪ੍ਰਧਾਨ ਬਣ ਗਿਆ ਇਹਦੇ ਉੱਤੇ ਵੀ ਯਾਰ ਇਹ ਹੁਣ ਤੁਸੀਂ ਨਾ ਇਹ 'ਤੇ ਕੋਈ ਗੱਲ ਠੀਕ ਹੋਗੀ ਵੀ ਕਿਉਂ ਕਰਨਾ ਜੀ, ਜਿਹਦਾ ਫੈਸਲਾ ਤਾਂ ਤੁਸੀਂ ਲੈਣਾ ਇਹਦਾ। ਤੇ ਅਸੀਂ ਉੱਥੇ ਜਾ ਕੇ ਪੰਜਾਬ 'ਚ ਬਿਆਨ ਦਿੰਦੇ ਰਹੀਏ, ਕਿਹਨੂੰ ਦੇਣੇ ਆ ਬਿਆਨ, ਕਿਹਨੂੰ ਦਿਖਾਉਣਾ, ਆਪਣੀ ਪਾਰਟੀ ਨੂੰ ਡਰਾਉਣੇ ਆ ਅਸੀਂ, ਇਹਦਾ ਮਤਲਬ। ਇਸੇ ਦੁੱਖ 'ਚ ਤੁਸੀਂ ਰਾਜੇ ਵੜਿੰਗ ਦੀ ਉਹਦੇ ਤੇ ਨਹੀਂ ਗਏ ਪ੍ਰਧਾਨਗੀ ਦੇ ਸਮਾਗਮ ਤੇ? ਮੈਂ ਤਾਂ ਉਸ ਕਿਸੇ ਨੂੰ ਇਸ ਗੱਲ ਦਾ ਰੰਜ ਸੀਗਾ? ਨਹੀਂ, ਪ੍ਰਧਾਨਗੀ ਦਾ ਪ੍ਰੋਗਰਾਮ ਇੱਕ ਤਾਂ ਮੈਨੂੰ ਲੱਗਦਾ ਬੜੇ ਦਿਨਾਂ ਬਾਅਦ ਰੱਖਿਆ। ਪਹਿਲਾਂ ਤਾਂ ਪ੍ਰਧਾਨ ਜੀ ਮੈਨੂੰ ਲੱਗਦਾ ਜ਼ਿਲ੍ਹਿਆਂ 'ਚ ਗਏ ਨੇ ਜਾਂ ਕੋਈ ਐਸਾ ਪ੍ਰੋਗਰਾਮ। ਤੁਸੀਂ ਮਿਲੇ ਹੋ ਅੱਜ ਤੱਕ ਰਾਜਾ ਜਦੋਂ ਦਾ ਪ੍ਰਧਾਨ ਬਣਿਆ? ਮੈਂ ਕਿਹਾ ਤੁਹਾਨੂੰ ਮੈਂ ਦੱਸੀ ਜਾਂਦੇ ਆ, ਅਜੀਬ ਰਾਜਾ ਮੇਰੇ ਨਾਲ ਬੈਠਾ, ਗੁਰਕੀਰਤ ਤੇ ਇਸ ਵੇਲੇ ਇਕੱਠੇ ਸੀਗੇ ਰਾਜਾ ਵੜਿੰਗ। ਮੇਰੀ ਹੁਣ ਗੱਲ ਹੋਈ ਆ, ਉਹ ਕਹਿੰਦੇ ਵੀ ਸਵੇਰੇ, ਮੈਂ ਕਿਹਾ ਵੀ ਤੁਸੀਂ ਵੀ ਆਉਣਾ, ਸਾਰੇ ਪ੍ਰਧਾਨਾਂ ਨੇ ਇਕੱਠੇ ਹੋਣਾ, ਜਿਹੜਾ ਰੂਟ ਮੈਪ ਬਣਾਉਣਾ। ਕੱਲ੍ਹ 11 ਵਜੇ ਸਾਡੀ ਇਕੱਠੀ ਮੀਟਿੰਗ ਆ, ਇਕੱਠੀ ਤਾਂ ਇਹ ਤਾਂ ਰੋਜ਼। ਪਰ ਤੁਸੀਂ ਇਕੱਠੇ ਨਹੀਂ ਹੋਏ ਉਦੋਂ ਦੇ ਹੁਣ ਤੱਕ। ਮੈਂ ਕਹਿੰਦਾ ਰੋਜ਼ ਮੀਟਿੰਗ ਹੈ ਪੋਲੀਟੀਕਲ। ਇਹ ਦੇਖੋ ਇਹਨਾਂ ਦਾ ਰਾਜਨੀਤੀ ਨੂੰ ਮੈਂ ਵੀ ਸਮਝਦਾ, ਇੱਕ ਪੋਲੀਟੀਕਲ ਮਜਬੂਰੀ 'ਚ ਇਕੱਠੇ ਹੋਣਾ, ਇਹ ਪਾਰਟੀ ਨੇ ਡਿਊਟੀ ਲਾਤੀ, ਇੱਕ ਦਿਲੋਂ ਇਕੱਠੇ ਹੋਣਾ, ਦਿਲ ਮਿਲਣੇ, ਇੱਕ ਪੈਰੀ ਹੱਥ ਲਾ ਲੈਣੇ ਫੋਟੋ ਖਿਚਾਉਣ ਲਈ, ਫੋਟੋ ਓਪਰਚੁਨਿਟੀ ਲਈ, ਇੱਕ ਦਿਲੋਂ ਪੈਰੀ ਹੱਥ ਲਾ ਦੇਣੇ। 3 ਦਿਨ ਉਦੈਪੁਰ ਸਾਰੇ ਇਕੱਠੇ ਰਹੇ ਅਸੀਂ, ਇੱਕ ਹੋਟਲਾਂ 'ਚ ਸੀ। ਹੁਣ ਇਹ ਤਾਂ ਮੈਂ ਕਹਿ ਨਹੀਂ ਸਕਦਾ ਵੀ ਇੱਕ ਕਮਰਿਆਂ 'ਚ ਸੀ, ਇੱਕ ਹੋਟਲਾਂ 'ਚ ਸੀ, ਉੱਤੇ 3 ਦਿਨ ਰਹੇ ਅਸੀਂ। ਤੇ ਹੁਣ ਕੱਲ ਵੀ ਅਸੀਂ ਸਾਰਾ ਦਿਨ ਇਕੱਠੇ ਹੋਣਾ। ਉਦੋਂ ਫੰਕਸ਼ਨ ਹੀ ਸੀਗਾ। ਮੈਂ ਵੈਸੇ ਹੀ ਕਹਿਣਾ ਕਿ ਇੰਨਾ ਚਿਰ ਹੋ ਗਿਆ ਰਾਜਨੀਤੀ ਪ੍ਰਧਾਨ ਰਵਨੀਤ ਬਿੱਟੂ ਤੇ ਰਾਜੇ ਵੜਿੰਗ ਦੀ ਇੱਕ ਫੋਟੋ ਨਹੀਂ ਦੇਖੀ ਅਸੀਂ। ਨਹੀਂ, ਹਜੇ ਤੱਕ ਮੈਂ ਵੀ ਤੁਹਾਨੂੰ ਝੂਠ, ਫੋਟੋ ਦਾ ਮਤਲਬ ਇਕੱਠੇ ਹੋਣ ਦਾ। ਇਹ ਫੋਟੋ ਵੀ ਬੜੀ, ਫੋਟੋ ਤੋਂ ਬਿਨਾਂ ਹੋ ਜਾਓ, ਫੋਟੋ ਤੋਂ ਬਿਨਾਂ ਦੱਸ ਦਿਓ ਤਾਂ ਅਸੀਂ ਤੁਹਾਨੂੰ ਪੁੱਛ ਰਹੇ ਹਾਂ ਕਿ ਹੁਣ ਫੋਟੋ ਜਿਹੜੀ ਕਰਾ ਕੇ, ਫੋਟੋ ਤੋਂ ਬਿਨਾਂ ਇਕੱਠੇ ਹੋਏ ਹੋ? ਨਹੀਂ, ਫੋਟੋ ਕਰਾਉਣੀ ਵੀ ਬੜੀ, ਇਹ ਵੀ ਡਰਾਮਾ ਹੈ ਵੀ ਫੋਟੋ ਦਿਖਾ ਕੇ ਇਕੱਠੇ ਆ, ਅੰਦਰੋਂ ਛੁਰੀਆਂ ਮਾਰੋ ਨਾ। ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ, ਇਹ ਤੁਹਾਡੇ ਮੂਹਰੇ ਦਿਵਾਉਣਾ ਵੀ ਮੇਰੇ ਜ਼ੁਬਾਨ 'ਚੋਂ ਕਦੇ ਵੀ ਰਾਜੇ ਵੜਿੰਗ ਦੇ ਅਗੇਂਸਟ ਐਜ਼ ਏ ਪ੍ਰਧਾਨ ਉਹਨਾਂ ਦੇ ਖਿਲਾਫ ਇੱਕ ਲਫ਼ਜ਼ ਨਹੀਂ ਸੁਣੋਗੇ ਕਦੇ। ਮੈਂ ਜੋ ਸਾਡਾ ਪ੍ਰੈਜ਼ੀਡੈਂਟ ਡਿਊਟੀ ਲਾਊਗਾ, ਜੋ ਕੰਮ ਕਹੂਗਾ, ਉਹ ਪਾਰਟੀ ਦੇ ਤੌਰ ਤੇ 100%। ਰਾਜਾ ਵੜਿੰਗ ਤਾਂ ਕਹਿੰਦਾ ਮੈਂ ਤੀਜੀ ਵਾਰ ਜਿੱਤ ਕੇ ਆਇਆ, ਪੰਜਾਬ ਕਾਂਗਰਸ ਦਾ ਭਵਿੱਖ ਮੈਂ ਆਗਾ। ਤੁਸੀਂ ਕਹਿ ਰਹੇ ਹੋ ਟ੍ਰੇਨਿੰਗ ਲੈ ਰਿਹਾ ਹੈਗਾ। ਤੁਹਾਨੂੰ ਮੈਂ ਫੇਰ ਦੱਸਦੀ, ਤਾਂ ਕਹਿੰਦਾ ਮੈਂ ਇੰਨੀ ਨੇਰੀ ਚੱਡੀ ਵਗਦੀ, ਨੇਰੀ 'ਚ ਕੋਈ ਜਿੱਤ ਸਕਦਾ ਹੈ? ਇਹ ਤਾਂ ਸਟੇਟਮੈਂਟ ਆ ਨੇ ਔਨ ਰਿਕਾਰਡ। ਟ੍ਰੇਨਿੰਗ ਤਾਂ ਉਹਨਾਂ ਦੀ ਹੈਗੀ, ਉਹ ਹੈਗੀ ਆਖਰ ਜਿਹੜੇ 3 ਮੈਂ ਕਹਿ ਰਿਹਾ ਹੈਗਾ, ਤੁਸੀਂ ਕਰੋ ਟ੍ਰੇਨਿੰਗ। ਉਹ ਤੁਹਾਨੂੰ ਨਵੇਂ ਤਰੀਕੇ ਦੀ ਟ੍ਰੇਨਿੰਗ ਤੁਸੀਂ ਦੇਖਿਓ ਤਾਂ ਸਹੀ। ਹਜੇ ਤੁਸੀਂ ਉਹ ਟ੍ਰੇਨਿੰਗ ਦਾ ਪਾਰਟ ਉਹਦਾ ਅੱਗੇ ਤਾਂ ਆਉਣ ਦਿਓ, ਉਹਨੂੰ ਨਿਖਰ ਕੇ ਅੱਗੇ ਆਉਣ ਦਿਓ, ਫਿਰ ਪਤਾ ਲੱਗੂਗਾ ਵੀ ਕੀ ਆ ਉਹ। ਇਹੀ ਚੀਜ਼ਾਂ ਹੈ ਵੀ ਜਿਹੜੀ ਪੁਰਾਣੇ ਵੇਲੇ ਹੁੰਦੀਆਂ ਰਹੀਆਂ, ਉਹ ਸਾਰੀਆਂ ਅਸੀਂ ਖਤਮ ਕਰ ਦੇਣੀਆਂ। ਜਿਹੜੀਆਂ ਇਹੋ ਜਿਹੀਆਂ ਚੀਜ਼ਾਂ, ਮਤਲਬ ਕਾਂਗਰਸ ਪਾਰਟੀ ਐ ਦੇਖੇ ਵੀ ਹਾਂ ਇੱਕ ਇਹ ਟੀਮ ਕੰਮ ਕਰ ਰਹੀ ਆ, ਉਰੇ ਕੋਈ ਇਕੱਲਾ ਨਹੀਂ ਲੱਗਿਆ ਹੋਇਆ। ਤੇ ਉਹ ਹੁਣ ਰਾਹੁਲ ਗਾਂਧੀ ਦੇ ਜੇ ਅਸੀਂ ਜੋ ਉਹਨੇ ਸਾਨੂੰ ਟ੍ਰੇਨਿੰਗਾਂ ਦੇ ਜੋ ਉਹਨੇ ਕਰਾਇਆ, ਮੈਂ ਸਮਝਦਾ ਆਮ ਆਦਮੀ ਕੇ ਸਿਪਾਹੀ ਤੋਂ ਲੈ ਕੇ, ਜੇ ਫਿਰ ਥੋੜ੍ਹਾ ਬਹੁਤਾ ਹੁਣ ਬਦਲਾਅ ਨਾ ਆਇਆ ਤੇ ਫਿਰ ਮੈਂ ਸਮਝਦਾ ਉਹਦਾ ਫਾਇਦਾ ਕੀ, ਫਿਰ ਬਦਲਣ ਦਾ ਵੀ ਕੀ ਫਾਇਦਾ।